ਚੰਗਾ ਨਾਰੀਅਲ ਖਾਣ ਵਾਸਤੇ ਘਰੇ ਘੱਟ ਹੀ ਲਿਆਉਂਦੇ। ਮੈਨੂੰ ਪਤਾ ਜੇ ਸਾਡਾ ਹਿੰਦੁਸਤਾਨੀਆਂ ਦਾ ਇਹੋ ਜਿਹਾ ਸੱਭਿਆਚਾਰ ਨਹੀਂ ਹੋਇਆ ਕਿ ਇਹ ਕੱਚਾ ਨਾਰੀਅਲ ਜਾਂ ਪੱਕਾ ਨਾਰੀਅਲ ਘਰੇ ਖਾਣ ਵਾਸਤੇ ਲਿਆਉਂਦੇ ਹੁਣ ਬੜੀ ਤਾਕਤ ਵਾਲੀ ਚੀਜ਼ ਹੈ। ਇਹ ਜਦੋਂ ਵੀ ਲਿਆਉਂਦੇ ਆ ਸਿਰ ਵਾਰ ਕੇ ਪਾਣੀ 'ਚ ਸਿੱਟਣ ਵਾਸਤੇ ਹੀ ਲਿਆਉਂਦੇ ਆ 95%। ਔਰ ਕਰੋੜਾਂ ਰੁਪਏ ਦੇ ਨਾਰੀਅਲ ਸਾਡੇ ਵਿਅਰਥ ਜਾਂਦੇ ਨੇ ਤੇ ਪ੍ਰਵਾਸੀ ਮਜ਼ਦੂਰ ਇਹ ਤੋਂ ਵਪਾਰ ਕਰ ਲੈਂਦੇ ਨੇ। ਉਹ ਕਹਿੰਦੇ ਅਸੀਂ ਕਿਹੜਾ ਖਾਣਾ, ਇਹਨਾਂ ਨੂੰ ਹੀ ਖਵਾਉਣਾ। ਇਹੀ ਪਾਗਲ ਨੇ, ਇਹਨਾਂ ਤੋਂ ਹੀ ਪੈਸੇ ਲੈ ਲਓ। ਪਹਿਲਾਂ 20 ਰੁਪਏ ਦਾ ਖਰੀਦਿਆ, ਫਿਰ 40 ਰੁਪਏ ਦੀਆਂ ਉਹਦੀਆਂ ਗਿਰੀਆਂ ਫਿਰ ਖਾਧੀਆਂ, 60 ਰੁਪਏ ਪੱਲਿਓਂ ਗਏ। ਇਹ ਜਿਹੜਾ ਪਖੰਡ ਸੀ, ਖਾਸ ਕਰਕੇ ਜਦੋਂ ਅਸੀਂ ਅੰਮ੍ਰਿਤ ਵੇਲੇ ਜਾਪ ਸਾਹਿਬ ਪੜ੍ਹਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਾਪ ਸਾਹਿਬ ਵਿੱਚ ਵੀ ਇਹ ਬਚਨ ਆਉਂਦਾ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟ, ਨਮੋ ਤੰਤਰ ਤੰਤਰੰ। ਐ ਪ੍ਰਭੂ ਤੇਰਾ ਨਾਮ ਹੀ ਜੰਤਰਾਂ ਤੋਂ ਵੱਡਾ ਜੰਤਰ ਹੈ, ਮੰਤਰਾਂ ਤੋਂ ਵੱਡਾ ਮੰਤਰ ਹੈ, ਤੰਤਰਾਂ ਤੋਂ ਵੱਡਾ ਤੰਤਰ ਹੈ। ਨਮੋ ਇਸ਼ਟ ਇਸ਼ਟ ਵੀ ਤੁਸੀਂ ਅਨੇਕ ਤਰ੍ਹਾਂ ਦੇ ਇਸ਼ਟ ਮਿਥੇ ਹੋਏ ਨੇ। ਮੀਂਹ ਪਾਉਣ ਵਾਲਾ ਇਸ਼ਟ ਹੋਰ ਹੈ, ਹਵਾ ਲਿਆਉਣ ਵਾਲਾ ਇਸ਼ਟ ਹੋਰ ਹੈ, ਸੂਰਜ ਦੇਵਤਾ ਹੋਰ ਹੈ, ਚੰਦਰਮ ਦੇਵਤਾ ਹੋਰ ਹੈ, ਤੁਹਾਡੇ ਕਬਰਾਂ ਮੜੀਆਂ ਦੇ ਇਸ਼ਟ ਹੋਰ ਨੇ, ਤੁਹਾਡੇ ਵਿਆਹਾਂ ਸ਼ਾਦੀਆਂ ਨਾਲ ਇਸ਼ਟ ਹੋਰ ਨੇ। ਕਿਤੇ ਤੁਸੀਂ ਮਿੱਟੀ ਕੱਢਣ ਜਾਂਦੇ ਹੋ, ਕਿਤੇ ਤੁਸੀਂ ਕੁਛ ਕਰਨ ਜਾਂਦੇ ਹੋ। ਸਤਿਗੁਰਾਂ ਨੇ ਕਿਹਾ ਕਿ ਜਿਹੜਾ ਪ੍ਰਭੂ ਦਾ ਨਾਮ ਹੈ ਸਾਰਿਆਂ ਇਸ਼ਟਾਂ ਤੋਂ ਵੱਡਾ ਇਸ਼ਟ ਹੈ, ਕਿਉਂਕਿ ਇਹ ਤੁਹਾਡੀ ਨਾਮ ਨੇ ਮਾਨਸਿਕ ਸ਼ਕਤੀ ਨੂੰ ਕਾਇਮ ਰੱਖਣਾ। ਜਿਹਦਾ ਮਨ ਡੋਲ ਗਿਆ ਉਹ ਬਹੁਤ ਸਾਰੇ ਥਾਵਾਂ 'ਤੇ ਝੁਕਦਾ ਫਿਰੇਗਾ, ਡਰਦਾ ਫਿਰੇਗਾ। ਸਤਿਗੁਰਾਂ ਨੇ ਕਿਹਾ ਕਿ ਮੇਰਾ ਸਿੱਖ ਇੱਕ ਅਕਾਲ ਦਾ ਪੁਜਾਰੀ ਹੈ। ਇੱਕ ਅਸੀਂ ਆਮ ਤੌਰ 'ਤੇ ਵੇਖਾ ਵੇਖੀ ਜਿਹੜੇ ਹਿੰਦੁਸਤਾਨ ਦੇ ਲੋਕ ਆ ਨਾ, ਇਹ ਕਰਮਕਾਂਡੀ ਜ਼ਿਆਦੇ ਨੇ। ਸਾਰ ਕਿਤਾਬਲੀ ਗ੍ਰੰਥ ਵਿੱਚ ਆਉਂਦਾ, ਜਗਤ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚਲੇ। ਜਗਤ ਵਿੱਚ ਬਹੁਤ ਕੁਝ ਬਿਨਾਂ ਸੋਚ ਤੋਂ ਹੁੰਦਾ। ਜੇ ਇੱਕ ਪਰਿਵਾਰ ਨੇ ਸਰਾਧ ਕੀਤਾ, ਉਹ ਕਹਿੰਦਾ ਚਲੋ ਅਸੀਂ ਵੀ ਕਰ ਲੈਂਦੇ ਸਰਾਧ। ਜੇ ਇੱਕ ਨੇ ਵਰਤ ਰੱਖਿਆ, ਉਹ ਕਹਿੰਦੇ ਚਲੋ ਆਪਾਂ ਵੀ ਵਰਤ ਰੱਖੇ ਨੇ, ਕੀ ਫਰਕ ਪੈਂਦਾ। ਨਿਰਮਲ ਪੰਥ ਨੇ ਕਿਹਾ ਕਿ ਵਰਤ ਰੱਖੋ। ਜੇ ਤਾਂ ਸਰੀਰ ਦੀ ਤੰਦਰੁਸਤੀ ਵਾਸਤੇ ਰੱਖਣਾ ਤੇ ਫਿਰ ਹਰ ਹਫ਼ਤੇ ਇੱਕ ਦਿਨ ਸਰੀਰ ਲਈ ਰੱਖ ਲੈਣਾ ਚਾਹੀਦਾ, ਚੰਗੀ ਗੱਲ ਹੈ। ਤੇ ਜੇ ਪਖੰਡ ਦੇ ਅਧੀਨ ਸਾਲ ਬਾਅਦ ਵੀ ਐਸੇ ਦਿਨ ਰੱਖਣਾ, ਫਿਰ ਇਹ ਪਖੰਡ ਕਰਮ ਹੋ ਜਾਊਗਾ। ਵੇਖੋ ਵਰਤ ਬਾਰੇ ਮੇਰੀਆਂ ਦੋ ਇੱਛਾਵਾਂ ਹੁੰਦੀਆਂ ਕਿ ਜੇ ਤਾਂ ਤੁਸੀਂ ਹਿਕਮਤ ਦੇ ਲਿਹਾਜ਼ ਨਾਲ ਰੱਖੋ ਤੇ ਹਰ ਹਫ਼ਤੇ ਇੱਕ ਦਿਨ ਪੇਟ ਖਾਲੀ ਰੱਖ ਲੈਣਾ ਚਾਹੀਦਾ, ਕਿਉਂਕਿ ਅਸੀਂ ਅੰਨ ਬਹੁਤ ਖਾਂਦੇ ਹਾਂ ਤੇ ਅੰਨ ਤੋਂ ਇੱਕ ਦਿਨ ਪੇਟ ਬਚਾ ਲੈਣਾ ਚਾਹੀਦਾ। ਪਰ ਜੇ ਤੁਸੀਂ ਕਰਮਕਾਂਡ ਦੇ ਅਧੀਨ ਰੱਖਦੇ ਹੋ, ਫਿਰ ਇਹਦਾ ਇੱਕ ਪਿਛੋਕੜ ਹੈ। ਸਤੀ ਦੀ ਪ੍ਰਥਾ ਨੂੰ ਭਾਰਤ ਦੇ ਲੋਕ ਬੰਦ ਨਹੀਂ ਕਰ ਸਕੇ। ਇਹਦੇ ਸਾਹਮਣੇ ਸਾਡੇ ਉਹ ਪੁਰਾਣੇ ਵੱਡੇ ਵਡੇਰੇ ਹਾਰ ਗਏ। ਗੁਰੂ ਸਾਹਿਬਾਂ ਨੇ ਵਾਰ-ਵਾਰ ਜਾਗਰਤ ਕੀਤਾ, ਸਤੀਆਂ ਇਹ ਨਾ ਆਖੀਆਂ ਜੇ ਮੜੀਆਂ ਲੱਗ ਜਲਨ, ਸਤੀਆਂ ਸੇਈ ਨਾਨਕਾ ਜੇ ਬਿਰਹੋਂ ਚੋਟ ਮਰਾ। ਦੁਨੀਆ ਦੇ ਲੋਕੋ, ਜਿਨ੍ਹਾਂ ਨੂੰ ਤੁਸੀਂ ਧੱਕੇ ਨਾਲ ਅੱਗ ਵਿੱਚ ਸਾੜ ਦਿੰਦੇ ਹੋ, ਇਹ ਸਤੀਆਂ ਨਹੀਂ ਆ। ਸਤੀਆਂ ਉਹ ਆ ਜੋ ਪ੍ਰਭੂ ਦੇ ਵਿਛੋੜੇ ਵਿੱਚ ਤੇ ਪਤੀ ਦੇ ਵਿਛੋੜੇ ਵਿੱਚ ਜਿਉਂਦੀਆਂ ਨੇ, ਉਹ ਸਤੀਆਂ ਨੇ। ਪਰ ਜਦੋਂ ਇਹ ਰਸਮ ਨਾ ਰੁਕੀ ਤੇ ਬੀਬੀਆਂ ਮਾਈਆਂ ਨੇ ਕਿਸੇ ਸਿਆਣੇ ਕੋਲੋਂ ਪੁੱਛਿਆ ਵੀ ਪਤੀ ਦੀ ਲੰਬੀ ਉਮਰ ਕਿਵੇਂ ਹੋ ਸਕਦੀ ਹੈ। ਉਹਨੂੰ, ਮੇਰੇ ਵਰਗੇ ਨੂੰ ਕੋਈ ਗੱਲ ਤੇ ਚੰਗੀ ਔੜੀ ਨਾ, ਉਹਨੇ ਇਹ ਵਰਤ ਰੱਖਣ ਦੀ ਪਿਰਤ ਪਾ ਦਿੱਤੀ ਕਿ ਇਹ ਵਰਤ ਰੱਖਣ ਦੇ ਨਾਲ ਉਹਨਾਂ ਦੀ ਉਮਰ ਲੰਬੀ ਹੋ ਜੂਗੀ। ਅਸਲ ਵਿੱਚ ਇਹਦੇ ਪਿੱਛੇ ਇੱਕ ਡਰ ਹੈ। ਉਹ ਡਰ ਹੁਣ ਰਸਮ ਵੀ ਨਹੀਂ ਹੈਗੀ, ਹੁਣ ਇੱਕ ਫੈਸ਼ਨ ਹੈ। ਕਿਸੇ ਸਮੇਂ ਡਰ ਵਿੱਚੋਂ ਪੈਦਾ ਹੋਇਆ, ਹੁਣ ਇਹ ਫੈਸ਼ਨ ਵਿੱਚੋਂ ਪੈਦਾ ਹੋਇਆ ਵੀ ਚਲੋ ਸ਼ਾਮ ਨੂੰ ਵਾਹਵਾ ਫਲ ਫਰੂਟ ਮਿਲ ਜਾਂਦਾ, ਨਾਲੇ ਇੱਜ਼ਤ ਮਾਣ ਘਰ 'ਚ ਹੁੰਦੀ ਹੈ ਤੇ ਨਾਲੇ ਵਿਹਲੇ ਬੈਠੇ ਰਹੀਦਾ। ਆਪੇ ਚੰਦਰਮਾ ਚੜ੍ਹਨਾ, ਉਹਨੇ ਚੜ੍ਹਨਾ, ਵੇਖ ਵੂ ਕੇ ਛਕ ਛਕਾ ਲਵਾਂਗੇ। ਹੁਣ ਇਹ ਫੈਸ਼ਨ ਅਧੀਨ ਹੋ ਰਿਹਾ, ਹੁਣ ਡਰ ਅਧੀਨ ਨਹੀਂ ਹੋ ਰਿਹਾ। ਪਰ ਇਹ ਵੇਖਾ ਵੇਖੀ ਹੈ, ਇਹ ਪਖੰਡ ਕਰਮ ਹੈ। ਕਿਉਂਕਿ ਗੁਰੂ ਸਾਹਿਬ ਕਹਿੰਦੇ ਕਿ ਛੋੜੇ ਅੰਨ ਕਰੇ ਪਖੰਡ। ਇਹ ਅੰਨ ਛੱਡ ਕੇ ਜਿਹੜਾ ਪਖੰਡ ਕਰਮ ਕਰਨਾ, ਇਹ ਗਲਤ ਹੈ। ਸਰਾਧ ਦਾ ਫਲਸਫਾ ਸਾਡਾ ਨਹੀਂ ਹੈ, ਕਿਉਂਕਿ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ, ਜਿਉਂਦੇ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ। ਇਹ ਦੂਸਰੇ ਮਜ਼ਹਬ ਵਿੱਚ ਹੈ, ਸਾਡੇ ਵਿੱਚ ਨਹੀਂ ਹੈ। ਪਰ ਕਿਉਂ ਨਹੀਂ ਆ, ਅਸਲ ਮੁੱਦਾ ਇਹ ਹੈ ਕਿ ਜਿਹੜਾ ਖੀਰ ਕੜਾ, ਇਹ 5 ਭੂਤਕ ਸਰੀਰ ਦੀ ਖੁਰਾਕ ਹੈ। ਜੇ 5 ਤੱਤ ਇਕੱਠੇ ਨੇ ਨਾ, ਹੁਣ ਆਪਾਂ ਚਾਹ ਵੀ ਪੀਤੀ ਆ, ਬਿਸਕੁਟ ਵੀ ਖਾਧੀ ਆ, ਤੇ ਆਪਾਂ ਕਹੀਏ ਆਪਾਂ ਮੁਰਦੇ ਦੀ ਯਾਦ ਵਿੱਚ ਬਿਸਕੁਟ ਖਾਣੇ ਆ, ਤੇ 5 ਭੂਤਕ ਸਰੀਰ ਹੀ ਨਹੀਂ ਹੈ, ਬਿਸਕੁਟ ਕਿੱਥੇ ਜਾਣੇ? ਉਹ ਤਾਂ ਜਾਂ ਤੁਹਾਡੇ ਪੇਟ 'ਚ ਜਾਣੇ ਜਾਂ ਮੇਰੇ ਪੇਟ 'ਚ ਜਾਣੇ ਆ। ਮਤਲਬ ਜਿਹੜਾ ਸਿੱਖ ਮਤ ਨੇ, ਸਿੱਖ ਫਲਸਫੇ ਨੇ, ਸਿੱਖ ਕਲਚਰ ਨੇ, ਇਸ ਲਈ ਨਹੀਂ ਵਰਜਿਆ ਕਿ ਹਿੰਦੁਸਤਾਨ ਦੇ ਲੋਕ ਸਰਾਧ ਕਰਦੇ ਨੇ। ਇਸ ਲਈ ਵਰਜਿਆ ਗਿਆਨ ਦੇ ਆਧਾਰ 'ਤੇ ਕਿ ਖੀਰ ਕੜਾ 5 ਤੱਤਾਂ ਦੀ ਖੁਰਾਕ ਹੈ। ਜੇ 5 ਭੂਤਕ ਸਰੀਰ ਹੈ ਤੇ ਬਜ਼ੁਰਗ ਤੇ ਵਿਚਾਰੇ ਮਰ ਗਏ ਨੇ, ਕਿਸੇ ਦਾ ਦਾਦਾ, ਕਿਸੇ ਦਾ ਨਾਨਾ, ਉਹ ਜਾਂ ਪਾਣੀ 'ਚ ਰੋੜ ਦਿੱਤਾ ਜਾਂ ਅਗਨ ਭੇਟ ਕਰ ਦਿੱਤਾ, ਉਹਨੇ ਹੁਣ ਖੀਰ ਜਾਂ ਕੜਾ ਨਹੀਂ ਖਾਣਾ। ਮੇਰਾ ਦੂਸਰੀ ਗੱਲ ਹੁੰਦੀ ਹੈ ਵੀ ਕਈਆਂ ਦੇ ਦਾਦੇ ਨਾਨੇ ਸ਼ੂਗਰ ਰੋਗ ਨਾਲ ਮਰੇ ਨੇ। ਫਿਰ ਤੁਸੀਂ ਮਿੱਠੀਆਂ ਜਲੇਬੀਆਂ, ਮਿੱਠੇ ਲੱਡੂ, ਮਿੱਠਾ ਕੜਾਹ, ਮਿੱਠੀ ਖੀਰ, ਜਿਹਨੂੰ ਜਿਉਂਦੇ ਨੂੰ ਖੰਡ ਖਾਣ ਤੋਂ ਵਰਜ ਦਿੱਤਾ, ਉਹਨੂੰ ਮਰੇ ਨੂੰ ਖੰਡ ਖਵਾ ਕੇ ਪੁੰਨ ਕਰਦੇ ਹੋ ਕਿ ਪਾਪ ਕਰਦੇ ਹੋ? ਕਿਉਂਕਿ ਗੁਰੂ ਦੇ ਸਿੱਖ ਹੋ, ਗੁਰੂ ਦਾ ਸਿੱਖ ਤੇ ਜਾਗਰਤ ਹੋਣਾ ਚਾਹੀਦਾ।
ਅਕਲੀ ਸਾਹਿਬ ਸੇਵੀ ਅਕਲੀ ਪਾਈਏ ਮਾਣ। ਜਿਸ ਬੰਦੇ ਨੂੰ ਜਿਉਂਦੇ ਨੂੰ ਖੰਡ ਵਰਜ ਦਿੱਤੀ, ਉਹਨੂੰ ਮਰੇ ਨੂੰ ਖੰਡ ਖੋਣੀ ਵੀ ਪਾਪ ਹੈ, ਕਿਉਂਕਿ ਉਹਨੂੰ ਸ਼ੂਗਰ ਰੋਗ ਨਾਲ ਉਹਦੀ ਤਾਂ ਮੌਤ ਸ਼ੂਗਰ ਰੋਗ ਕਾਰਨ। ਖੈਰ ਇੱਕ ਸਰਲ ਜੀ ਗੱਲ ਹੈ, ਸਰਾਧਾਂ ਦੇ ਦਿਨਾਂ ਵਿੱਚ ਵੇਖਾ ਵੇਖੀ ਦੀ ਗੱਲ, ਮੈਂ ਉਸ ਤੋਂ ਅੱਗੇ ਚੱਲਾਂਗਾ। ਇੱਕ ਜੱਟ ਚਲਾ ਗਿਆ ਪੰਡਤ ਕੋਲੇ, ਕਹਿੰਦਾ ਮੈਂ ਬਾਪੂ ਦਾ ਸਰਾਧ ਕਰਨਾ। ਪੰਡਤ ਜੀ ਨੇ ਕਿੰਨਾ ਸਾਰਾ ਸਮਾਨ ਲਿਖਾਤਾ, ਜੱਟ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਕਰਨਾ, ਕੋਈ ਨਾ ਰਹਿਣ ਦੇ। ਪੰਡਤ ਜੀ ਵਿਹਲੇ ਬੈਠੇ ਸੀ, ਕਹਿੰਦੇ ਮੁੜਿਆ ਇੱਕ ਸਸਤਾ ਕੰਮ ਵੀ ਹੈਗਾ, ਇੱਕ ਸਰਾਧਣੀ ਹੁੰਦੀ, ਤੂੰ ਸਰਾਧਣੀ ਕਰ ਲਾ। ਉਹਨੂੰ ਪਤਾ ਨਹੀਂ ਸੀ, ਕਹਿੰਦਾ ਸਰਾਧਣੀ 'ਚ ਕਿੰਨਾ ਖਰਚਾ ਹੋਊ, ਕਹਿੰਦਾ ਪਾਈਆ ਕ ਖੀਰ ਬਣਾ ਲਈ, ਅੱਧ ਪਾ ਕੜਾਹ ਬਣਾ ਲਈ, ਪੈਸਾ ਕਪੇਟਾ ਦੇ ਦੀ, ਜੇ ਮੀਟਰ ਕੱਪੜਾ ਦੇਣਾ ਦੇ ਦੀ, ਨਹੀਂ ਦੇਣਾ ਨਾ ਦੇਈ। ਜੱਟ ਦਾ ਵੀ ਮਨ ਬਣ ਗਿਆ ਵੀ ਨਾਲੇ ਬਾਪੂ ਖੁਸ਼ ਹੋ ਜੂ, ਨਾਲੇ ਸਰਾਧ ਖਵਾਇਆ ਜਾਊ, ਨਾਲੇ ਲੋਕੀ ਖਵਾਈ ਜਾਂਦੇ, ਚੱਲ ਆਪਣੀ ਸਰਾਧਣੀ ਵੀ ਵਿੱਚ ਨਿਕਲ ਜਾਊ। ਮਿੱਥੇ ਦਿਨ ਤੇ ਪੰਡਤ ਜੀ ਖਾਣ ਆ ਗਏ। ਜਦੋਂ ਖੀਰ ਕੜਾਹ ਖਾ ਲਿਆ, ਜੱਟ ਕਹਿੰਦਾ ਪੰਡਤ ਜੀ ਕੋਈ ਮੰਤਰ ਮੁੰਤਰ ਨਹੀਂ ਪੜ੍ਹਨਾ। ਪੰਡਤ ਜੀ ਨੇ ਸੋਚਿਆ ਭੋਲਾ ਭਾਲਾ ਬੰਦਾ, ਪਹਿਲੀ ਵਾਰ ਸਾਮੀ ਫਸੀ ਹੈ, ਇਹਦਾ ਵੀ ਮਨ ਪੱਕਾ ਕਰ ਦਈਏ। ਕਹਿੰਦਾ ਆਪਾਂ ਦੋਵੇਂ ਰਲ ਕੇ ਮੰਤਰ ਪੜ੍ਹਦੇ ਹਾਂ। ਉਹ ਕਹਿੰਦਾ ਵੀ ਸਾਡੇ ਖਾਨਦਾਨ 'ਚ ਤਾਂ ਕਦੀ ਕਿਸੇ ਨੇ ਮੰਤਰ ਕੋਈ ਪੜ੍ਹਿਆ ਨਹੀਂ। ਉਹ ਕਹਿੰਦਾ ਤੂੰ ਨਕਲ ਮਾਰਨੀ ਆ, ਮੈਂ ਅੱਗੇ ਅੱਗੇ ਬੋਲੀ ਜਾਊਂ, ਤੂੰ ਪਿੱਛੇ ਪਿੱਛੇ ਬੋਲੀ ਜਾਈਂ। ਤੇ ਨਕਲ ਮਾਰਨ ਨੂੰ ਪੰਜਾਬੀ ਸ਼ੇਰ ਨੇ, ਇਹਨਾਂ ਨੂੰ ਕਹਿ ਦੇਵੇ ਨਕਲ ਮਾਰ ਕੇ, ਭਾਵੇਂ ਇਹਨਾਂ ਕੋਲੋਂ ਐਮਏ ਫਾਰਸੀ ਦੀ ਕਰਾ ਲਓ, ਭਾਵੇਂ ਪੰਜਾਬੀ ਵੀ ਨਾ ਆਉਂਦੀ ਹੋਵੇ, ਵੇਖ ਕੇ ਲਕੀਰਾਂ ਵਾਹ ਦੇਣਗੇ। ਦੋਵੇਂ ਜਾਣੇ ਚੌਕੜੀ ਮਾਰ ਕੇ ਬੈਠ ਗਏ। ਪੰਡਤ ਜੀ ਬੋਲੇ, ਕਹਿੰਦੇ ਬੋਲ ਜੱਟਾ ਮਿਸ਼ਟਾ ਦਾਨ ਸਵਾਹਾ। ਹੁਣ ਮਿਸ਼ਟਾ ਕਹਿੰਦੇ ਮਿੱਠੇ ਨੂੰ, ਸਵਾਹਾ ਕਹਿੰਦੇ ਸਵਾ ਗੁਣਾ ਨੂੰ। ਤੇ ਜੱਟ ਨੇ ਨਕਲ ਮਾਰੀ, ਕਹਿੰਦਾ ਬੋਲ ਜੱਟਾ ਮਿਸ਼ਟਾ ਦਾਨ ਸਵਾਹਾ। ਉਹ ਪੰਡਤ ਜੀ ਕਹਿੰਦੇ ਓਏ ਭਲਿਆ ਮਾਨਸਾ, ਤੂੰ ਬੋਲ ਜੱਟਾ ਨਹੀਂ ਕਹਿਣਾ। ਜੱਟ ਕਹਿੰਦਾ ਓਏ ਭਲਿਆ ਮਾਨਸਾ, ਤੂੰ ਬੋਲ ਜੱਟਾ ਨਹੀਂ ਕਹਿਣਾ। ਪੰਡਤ ਕਹਿੰਦਾ ਤੂੰ ਪਾਗਲ ਹੈ। ਜੱਟ ਕਹਿੰਦਾ ਤੂੰ ਪਾਗਲ ਹੈ। ਪੰਡਤ ਜੀ ਨੂੰ ਗੁੱਸਾ ਆਇਆ, ਉਹਨੇ ਘਸੁੰਨ ਮਾਰਤਾ। ਜੱਟ ਨੇ ਸੋਚਿਆ ਹੁਣ ਮੇਰੀ ਵਾਰੀ ਆ, ਉਹਨੇ ਵੀ ਤਾੜ ਕਰਦਾ ਘਸੁੰਨ ਮਾਰਤਾ। ਪੰਡਤ ਜੀ ਨੇ ਜੱਟ ਢਾਲਿਆ ਤੇ ਜੱਟ ਢਹਿ ਗਿਆ ਵੀ ਇਹ ਸ਼ਾਇਦ ਰਸਮੀ ਹੋਣੀ ਆ। ਪੰਡਤ ਜੀ ਨੇ 5-7 ਘਸੁੰਨ ਮਾਰੇ। ਜਦੋਂ ਪੰਡਤ ਜੀ ਥੱਕ ਗਏ, ਜੱਟ ਨੇ ਸੋਚਿਆ ਹੁਣ ਮੇਰੀ ਵਾਰੀ ਆ। ਉਹਨੇ ਪਲਟੀ ਮਾਰ ਕੇ ਪੰਡਤ ਜੀ ਢਾਲੇ। ਉਹਨੇ ਵੀ ਟਕਾ ਟਕਾ ਕੇ ਉਹੀ 7 ਘਸੁੰਨ ਮਾਰੇ। ਪੰਡਤ ਜੀ ਸਿਆਣੇ ਸੀ, ਉਹਨਾਂ ਨੇ ਸੋਚਿਆ ਵੀ ਇਹ ਗੁੱਸਾ ਨਹੀਂ ਕਰਦਾ, ਨਕਲ ਕਰਦਾ, ਜੋ ਮੈਂ ਕਰੀ ਜਾਂਦਾ ਇਹ ਕਰੀ ਜਾਂਦਾ। ਪੰਡਤ ਜੀ ਨੇ ਫੇਰ ਸਿਆਣਪਨਾ, ਕਹਿੰਦੇ ਵੀ ਬਸ ਬਸ ਬਸ। ਤੇ ਜੱਟ ਉੱਤੇ ਬੈਠੇ ਕਹਿੰਦਾ ਵੀ ਬਸ ਬਸ ਬਸ। ਦੋਵੇਂ ਉੱਠ ਕੇ ਖੜੇ ਹੋ ਗਏ, ਕੱਪੜੇ ਕੁੱਪੜੇ ਝਾੜੇ। ਪੰਡਤ ਜੀ ਕਹਿੰਦੇ ਹਰੀ ਓਮ ਹਰੀ ਓਮ। ਜੱਟ ਕਹਿੰਦਾ ਸ਼ੁਕਰ ਕਰੋ ਪੰਡਤ ਜੀ, ਇਹ ਤਾਂ ਸਰਾਧਣੀ ਸੀ, ਜੇ ਸਰਾਧ ਹੁੰਦਾ ਅੱਜ ਇੱਕ ਕਤਲ ਹੋ ਜਾਣਾ ਹੈ। ਕਿਉਂਕਿ ਅਸੀਂ ਕਤਲ ਕਰਨ ਨੂੰ ਸ਼ੇਰ ਹਾਂ। ਕਹਿੰਦਾ ਜੇ ਸਰਾਧਣੀ 'ਚ ਇੰਨੇ ਘਸੁੰਨ ਮੁੱਕੇ ਵਾਹੁਣੇ ਪਏ ਤੇ ਸਰਾਧ ਦੀ ਤਾਂ ਬਹੁਤ ਵੱਡੀ ਕੁੱਟਮਾਰ ਹੋਣੀ ਆ। ਮੇਰੀ ਕਹਿਣ ਤੋਂ ਭਾਵਨਾ ਇਹ ਹੈ ਕਿ ਸੂਰਜ ਗ੍ਰਹਿਣ ਲੱਗ ਜੇ ਤੇ ਭਾਰਤੀ ਸੱਭਿਆਚਾਰ ਵਿੱਚ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ। ਗ੍ਰਹਿਆਂ ਦੇ ਨਾਂ ਤੇ ਭਾਰਤੀਆਂ ਨੂੰ ਲੁੱਟਿਆ ਗਿਆ, ਚੰਦਰਮਾ ਗ੍ਰਹਿਣ ਦੇ ਨਾਂ ਤੇ ਭਾਰਤੀਆਂ ਨੂੰ ਲੁੱਟਿਆ ਗਿਆ। ਕਿਉਂਕਿ ਲੁੱਟਣ ਵਾਲਾ ਜਿਹੜਾ ਉਹ ਸ਼ਾਤਰ ਹੈ, ਉਹਨੂੰ ਪਤਾ ਕਿ ਕਿਸ ਭਰਮ ਨਾਲ ਲੋਕਾਂ ਨੂੰ ਲੁੱਟਿਆ ਜਾ ਸਕਦਾ। ਔਰ ਇਹ ਭਰਮ ਪੱਤਰੀਆਂ ਦੇ ਨਾਂ ਤੇ ਸਮਾਜ ਵਿੱਚ ਫੈਲਿਆ। ਮੈਂ ਬੇਨਤੀ ਜ਼ਰੂਰ ਕਰਾਂਗਾ, ਕਿਸੇ ਮਜ਼ਹਬ ਦੇ ਵਿੱਚ ਟੇਵਾ ਬਣਾਉਣਾ ਉਹਨਾਂ ਦਾ ਧਰਮ ਹੋ ਸਕਦਾ, ਪਰ ਨਾਨਕ ਨਿਰਮਲ ਪੰਥ ਦੇ ਵਿੱਚ ਟੇਵੇ ਪੱਤਰੀਆਂ ਦਾ ਕੋਈ ਵਿਧੀ ਵਿਧਾਨ ਨਹੀਂ ਹੈਗਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਤ ਜੀ ਨੂੰ ਕਿਹਾ ਸੀ, ਗਣ ਗਣ ਜੋਤਕ ਕਾਂਡੀ ਕੀਨੀ, ਪੜ੍ਹੈ ਸੁਣਾਵੈ ਤਤ ਨ ਚੀਨੀ, ਸਭ ਸੈ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਕਹਿੰਦੇ ਸਭ ਤੋਂ ਉੱਪਰ ਤਾਂ ਗੁਰੂ ਦੇ ਸ਼ਬਦ ਦੀ ਵਿਚਾਰ ਹੈ। ਜਿਹੜੀਆਂ ਤੂੰ ਗਿਣਤੀਆਂ ਗਿਣ ਗਿਣ ਕੇ ਪੱਤਰੀ ਇਹ ਬਣਾਉਣਾ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਗਾ। ਕਿਉਂ ਨਹੀਂ ਸਹਿਮਤ? ਕਿਉਂਕਿ ਇਹ ਸਮਾਜ ਦਾ ਸ਼ੋਸ਼ਣ ਕੀਤਾ ਜਾ ਰਿਹਾ ਔਰ ਅੱਜ ਤੇ ਇਹ ਚੈਨਲਾਈਜ਼ ਹੋ ਚੁੱਕਾ। ਵਪਾਰੀ ਨੂੰ ਬੰਗਾਲੀ ਬਾਬਾ ਮਹੀਨੇ ਦਾ 2.5 ਲੱਖ ਰੁਪਈਆ ਦਿੰਦਾ, ਪਰ ਉਹਦੇ ਉੱਤੋਂ 20 ਲੱਖ ਰੁਪਈਆ ਕਮਾਉਂਦਾ। ਮਤ ਸੋਚੋ ਕਿ ਰਾਤ ਨੂੰ ਹਿੰਦੁਸਤਾਨ ਦੇ ਲੋਕਾਂ ਉੱਤੇ ਬੜੀ ਦਇਆ ਹੋ ਰਹੀ ਹੈ। ਇਹ ਦਇਆ ਨਹੀਂ ਹੋ ਰਹੀ, ਇੱਕ ਬੜਾ ਤਕੜੇ ਲੈਵਲ ਦਾ ਵਪਾਰ ਹੈਗਾ। ਹਰ ਚੈਨਲ ਵਾਲੇ ਨੇ ਇੱਕ ਪੱਤਰੀ ਵਾਲਾ ਜਾਂ ਬੰਗਾਲੀ ਬਾਬਾ ਲੈ ਲਿਆ, ਉਹ ਡਰਾਉਣੇ ਜਿਹੇ ਡਾਇਲਾਗ ਬੋਲਦਾ, ਥੱਲੇ ਉਹਦਾ ਮੋਬਾਈਲ ਨੰਬਰ ਔਰ ਈਮੇਲ ਨੰਬਰ ਆਈ ਜਾਂਦਾ। ਉਹ ਮਹੀਨੇ ਦਾ ਹਰ ਚੈਨਲ ਨੂੰ ਪੈਸੇ ਦਿੱਤੇ ਜਾਂਦੇ ਨੇ, ਉਹਨਾਂ ਦਾ ਇੱਕ ਬਿਜ਼ਨਸ ਹੈ ਐਡਵਰਟਾਈਜ਼ਮੈਂਟ ਦਾ। ਪਰ ਜੇ ਉਹ 2 ਲੱਖ ਦਿੰਦੇ ਨੇ, ਉਹ 20 ਲੱਖ ਕਮਾਉਂਦੇ ਵੀ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੇ ਇੱਥੋਂ ਦੇ ਲੋਕ ਨੇ ਬਹੁ ਗਿਣਤੀ, ਉਹ ਹਾਲੇ ਅੰਧ ਵਿਸ਼ਵਾਸੀ ਨੇ। ਜਦੋਂ ਗੁਰੂ ਸਾਹਿਬਾਂ ਨੇ ਤੱਤ ਕੱਢਿਆ, ਨਾਨਕ ਦੁਖੀਆ ਸਭ ਸੰਸਾਰ, ਜਦੋਂ ਸੰਸਾਰ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਗੱਲੋਂ ਪਰੇਸ਼ਾਨ ਹੈ, ਤਾਂ ਉਹ ਕਿਸੇ ਦੈਵੀ ਸ਼ਕਤੀ ਦੇ ਵਿੱਚੋਂ ਆਪਣਾ ਆਸਰਾ ਲੱਭਣ ਦੀ ਕੋਸ਼ਿਸ਼ ਕਰਦਾ। ਇਸੇ ਲਈ ਤਵੀਤਾਂ ਵਾਲੇ, ਟੇਵਿਆਂ ਵਾਲੇ, ਪੱਤਰੀਆਂ ਵਾਲੇ, ਧਾਗਿਆਂ ਵਾਲੇ,
ਪਾਣੀ ਵੇਚਣ ਵਾਲੇ, ਦਾਤਣਾ ਵੇਚਣ ਵਾਲੇ, ਜੰਤਰ ਮੰਤਰ ਤੰਤਰ, ਇਹ ਪਖੰਡ ਕਰਮ ਇਸ ਲਈ ਫੈਲ ਗਿਆ ਕਿ ਸਮਾਜ ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਇਹ ਨਬਜ਼ ਵਪਾਰੀ ਦੇ ਹੱਥ ਵਿੱਚ ਹੈ। ਮੇਰੀ ਗੱਲ ਨੂੰ ਹੋਰ ਨਜ਼ਰੀਆ ਨਾਲ ਦੇ ਲੈਣਾ। ਦੀਵਾਲੀ ਦੀਵਿਆਂ ਦਾ ਤਿਉਹਾਰ ਸੀ, ਜਦੋਂ ਵਪਾਰੀ ਦੇ ਹੱਥ ਵਿੱਚ ਆ ਗਈ ਇਹ ਬਰੂਦ ਦਾ ਤੇ ਖੰਡ ਦਾ ਤਿਉਹਾਰ ਬਣ ਗਈ ਹੈ। ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਕਿਉਂਕਿ ਜੇ ਤੁਸੀਂ ਦੀਵੇ ਜਗਾ ਕੇ, ਵੈਸੇ ਸਿੱਖਾਂ ਦਾ ਨਿਰਮਲ ਪੰਥ ਦਾ ਤੇ ਬੰਦੀ ਛੋੜ ਦਿਵਸ ਹੈ, ਸਿੱਖ ਸੱਭਿਆਚਾਰ ਵਿੱਚ ਇਹ ਬੰਦੀ ਛੋੜ ਦਿਵਸ ਹੈ। ਹਿੰਦੁਸਤਾਨ ਵਿੱਚ ਰੁੱਤਾਂ ਦੇ ਲਿਹਾਜ਼ ਨਾਲ ਦੀਵਾਲੀ ਹੈ। ਦੀਵਾਲੀ ਦਾ ਅਰਥ ਦੀਵਿਆਂ ਵਾਲੀ ਹੈ, ਪਰ ਹੁਣ ਇਹ ਪਟਾਕਿਆਂ ਵਾਲੀ ਤੇ ਜਿਹੜੀ ਆ ਖੰਡ ਵਾਲੀ ਬਣ ਗਈ। ਔਰ ਅਰਬਾਂ ਰੁਪਏ ਦਾ ਵਪਾਰ, ਜਿਹੜਾ ਵਪਾਰੀ ਨੂੰ ਪਤਾ ਕਿ ਲੋਕਾਂ ਦਾ ਸ਼ੋਸ਼ਣ ਕਿਵੇਂ ਕਰਨਾ। ਜੇ ਤੁਸੀਂ ਦੀਵਿਆਂ ਵਾਲੀ ਮਨਾਉਣੀ ਹੋਵੇ ਤੇ 50 ਪੈਸੇ ਦਾ ਦੀਵਾ ਤੁਸੀਂ 20 ਰੁਪਈਆਂ ਦੇ ਦੀਵੇ ਲਿਆਓਗੇ ਤੇ 10 ਦਾ ਸਰੋਂ ਦਾ ਤੇਲ ਪਾ ਕੇ ਤੁਸੀਂ ਤਾਂ 30 ਰੁਪਈਏ 'ਚ ਦੀਵਾਲੀ ਮਨਾ ਕੇ ਤੇ ਆਰਾਮ ਨਾਲ ਬਹਿ ਗਏ। ਪਰ ਤੁਹਾਨੂੰ ਤੇ ਇਹ 30,000 ਵਿੱਚ ਪੈਣੀ ਚਾਹੀਦੀ ਹੈ, ਜਾਂ 3,000 'ਚ, ਜਾਂ 13,000 'ਚ ਪੈਣੀ ਚਾਹੀਦੀ ਹੈ। ਜਿਹੜੇ ਘਰ ਵਿੱਚ ਸ਼ੂਗਰ ਦੇ ਮਰੀਜ਼ ਵੀ ਆ, ਉਹ ਵੀ ਧੜਾ ਧੜ ਖੰਡ ਵਾਲੇ ਡੱਬੇ ਚੱਕੀ ਆਉਂਦੇ ਤੇ ਦੇਈ ਜਾਂਦੇ ਤੇ ਲਈ ਜਾਂਦੇ ਆ, ਭਾਵੇਂ ਬਾਅਦ 'ਚੋਂ ਕੰਮ ਵਾਲਿਆਂ ਨੂੰ ਚੁਕਾਉਣ, ਪਰ ਘਰੇ ਉਹਨਾਂ ਨੇ ਡੱਬੇ ਇਕੱਠੇ ਕਰ ਲੈਣੇ, ਕਿਉਂਕਿ ਪਿੱਛੇ ਵਪਾਰੀ ਬੈਠਾ। ਇਸ ਵਕਤ ਸਾਡੇ ਅੰਧ ਵਿਸ਼ਵਾਸਾਂ ਦੇ ਪਿੱਛੇ ਵੀ ਵਪਾਰੀ ਬੈਠਾ ਹੋਇਆ, ਔਰ ਵਪਾਰੀ ਕਦੇ ਵੀ ਲੋਕਾਂ ਦੀ ਮਾਨਸਿਕਤਾ ਨੂੰ ਬਦਲ ਨਹੀਂ ਦਿੰਦਾ ਹੁੰਦਾ, ਉਹ ਡਰ ਪਾ ਕੇ ਲੁੱਟਦਾ ਹੁੰਦਾ। ਔਰ ਇਸ ਡਰ ਤੋਂ ਗੁਰੂ ਸਾਹਿਬਾਨ ਨੇ ਸ਼ਬਦ ਦੇ ਪ੍ਰਕਾਸ਼ ਨਾਲ ਇਸ ਧਰਤੀ ਦੇ ਲੋਕਾਂ ਦੇ ਮਨ ਬਦਲੇ ਕਿ ਇਹਨਾਂ ਟੇਵਿਆਂ ਨਾਲ, ਇਹਨਾਂ ਰਾਸ਼ੀਆਂ ਨਾਲ, ਇਹਨਾਂ ਪੱਤਰੀਆਂ ਨਾਲ ਕਦੀ ਕੋਈ ਸਮਾਜ ਨਹੀਂ ਬਦਲਿਆ। ਜੋ ਸਾਨੂੰ ਦੱਸਿਆ ਜਾਂਦਾ ਵੀ ਬਿਰਖ ਰਾਸ਼ੀ ਵਾਲੇ ਚੜ੍ਹਦੇ ਪਾਸੇ ਨਾ ਜਾਇਓ, ਮੀਨ ਵਾਲੇ ਲਹਿੰਦੇ ਪਾਸੇ ਨਾ ਜਾਇਓ। ਜੇ ਤੁਹਾਡੀ ਦੁਕਾਨ ਹੀ ਚੜ੍ਹਦੇ ਵਾਲੇ ਪਾਸੇ ਆ, ਫਿਰ ਦੁਕਾਨ ਦੇ ਆਖੇ ਲੱਗੋਗੇ ਕਿ ਟੇਵੇ ਵਾਲੇ ਦੇ ਆਖੇ ਲੱਗਾਂਗੇ। ਜੇ ਤੁਹਾਡੀ ਮੀਨ ਰਾਸ਼ੀ ਆ, ਤੁਹਾਡਾ ਕਾਰੋਬਾਰ ਹੀ ਲਹਿੰਦੇ ਵਾਲੇ ਪਾਸੇ ਆ, ਤੇ ਤੁਸੀਂ ਲਹਿੰਦੇ ਵਾਲੇ ਪਾਸੇ ਜਾਓਗੇ ਕਿ ਚੜ੍ਹਦੇ ਵਾਲੇ ਪਾਸੇ ਜਾਓਗੇ। ਇਹ ਇੱਕ ਸਮਾਜ ਦਾ ਸ਼ੋਸ਼ਣ ਹੈ। ਸਾਨੂੰ ਅੰਮ੍ਰਿਤ ਵੇਲੇ ਦੀਆਂ ਜੋ ਬਾਣੀਆਂ ਨੇ, ਸਵਈਏ ਪੜ੍ਹਦੇ ਆ, ਕੋ ਬਤਾਨ ਕੋ ਪੂਜਤ ਹੈ, ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕਾ ਭੇਦ ਨਾ ਪਾਇਓ। ਸਤਿਗੁਰਾਂ ਨੇ ਕਿਹਾ ਕੋਈ ਬਤਾਨ ਬੁੱਤਾਂ ਨੂੰ ਪੂਜਦਾ, ਕੋਈ ਮਿਰਤਾਨ ਮਰਿਆਂ ਨੂੰ ਪੂਜਦਾ। ਇਹ ਝੂਠੀ ਕਿਰਿਆ ਵਿੱਚ ਜੱਗ ਉਲਝਿਆ ਹੋਇਆ ਤੇ ਕਿਸੇ ਨੇ ਭਗਵਾਨ ਦਾ ਭੇਦ ਨਹੀਂ ਪਾਇਆ। ਹੁਣ ਬੁੱਤ ਵੀ ਮਰਿਆਂ ਦੇ ਹੁੰਦੇ ਆ ਤੇ ਮਿਰਤਾਨ ਵੀ ਮਰੇ ਹੁੰਦੇ ਆ। ਇਹ ਜਿੰਨੀਆਂ ਕਬਰਾਂ ਨੇ, ਜਿੰਨੀਆਂ ਮੜੀਆਂ ਨੇ, ਜੋ ਸਰਾਧ ਦਾ ਫਲਸਫਾ ਹੈ, ਜੋ ਭੂਤਾਂ ਦਾ ਡਰ ਹੈ, ਜੋ ਪ੍ਰੇਤਾਂ ਦਾ ਡਰ ਹੈ, ਬੇਸਿਕਲੀ ਇਹ ਮਨ ਦੇ ਰੋਗ ਨੇ। ਮਨ ਦੀ ਸ਼ਕਤੀ ਬਾਰੇ ਨਾ ਤਾਂ ਸਾਡਾ ਸਿਲੇਬਸ ਹੀ ਬਹੁਤ ਜ਼ਿਆਦਾ ਸਾਡੀ ਜਿਹੜੀ ਅਕੈਡਮਿਕ ਲੈਵਲ ਤੇ ਹੈ ਕਿ ਸਾਡੇ ਬੱਚੇ ਨੂੰ ਆਪਦੇ ਮਨ ਦੀ ਸ਼ਕਤੀ ਬਾਰੇ ਜਾਂ ਮਨ ਦੇ ਰੋਗਾਂ ਬਾਰੇ ਪਤਾ ਹੋਵੇ। ਇਹਨਾਂ ਡਰਾਂ ਦੇ ਵਿੱਚੋਂ ਵਪਾਰੀ ਨੇ ਸ਼ੋਸ਼ਣ ਜ਼ਰੂਰ ਕੀਤਾ। ਇਸ ਲਈ ਸਤਿਗੁਰਾਂ ਨੇ ਕਿਹਾ ਕਿ ਨਾ ਮੇਰਾ ਸਿੱਖ ਕਬਰ ਨੂੰ ਮੰਨੇਗਾ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਸਤਿਗੁਰਾਂ ਦਾ ਗੁਰੂ ਗ੍ਰੰਥ ਸਾਹਿਬ ਉਪਦੇਸ਼ ਹੈ ਵੀ ਦੁਬਦਾ ਵਿੱਚ ਨਹੀਂ ਹਾਂ ਨਾ ਮੈਂ ਕਿਸੇ ਮੜੀ ਮਸਾਨ ਜਾਵਾਂਗਾ, ਕਿਉਂਕਿ ਮੜੀ ਮਸਾਨ ਮੁਰਦਿਆਂ ਦੇ ਹੁੰਦੇ ਆ ਤੇ ਮੁਰਦੇ ਕਦੀ ਕਿਸੇ ਨੂੰ ਡਰਾਉਂਦੇ ਨਹੀਂ ਹੁੰਦੇ। ਇਹ ਸਾਡੀ ਧਰਤੀ ਦੇ ਲੋਕਾਂ ਦੇ ਡਰ ਨੇ। ਮੈਂ ਫਿਰ ਬੇਨਤੀ ਕਰਦਾ, ਇਹ ਡਰ ਸਾਡੇ ਕਲਚਰ ਦੇ ਵਿੱਚ ਨੇ ਕਿ ਕੋਈ ਭੂਤ ਹੁੰਦਾ, ਕੋਈ ਪ੍ਰੇਤ ਹੁੰਦਾ। ਅਸੀਂ ਮਾਨਸਿਕ ਰੋਗੀਆਂ ਨੂੰ ਭੂਤ ਪ੍ਰੇਤ ਨਾਲ ਜੋੜ ਕੇ ਸਾਡੇ ਧਰਤੀ ਦੇ ਲੋਕ ਜੰਤਰਾਂ ਮੰਤਰਾਂ ਤੰਤਰਾਂ ਪਿੱਛੇ ਲੱਗਦੇ ਨੇ। ਔਰ ਤੁਸੀਂ ਹੈਰਾਨ ਹੋਵੋਗੇ, ਕੱਲੇ ਪੰਜਾਬ ਦੀ ਆਬਾਦੀ 2 ਕਰੋੜ 78 ਲੱਖ ਹੈ 2011 ਦੀ ਜਨਗਣਨਾ ਮੁਤਾਬਕ, ਔਰ ਪੰਜਾਬ ਵਿੱਚ 50 ਲੱਖ ਦੇ ਕਰੀਬ ਮਾਨਸਿਕ ਰੋਗੀ ਨੇ। ਹਿੰਦੁਸਤਾਨ ਵਿੱਚ ਤੇ ਬਹੁਤ ਵੱਡੀ ਤਾਦਾਦ ਹੈ ਨਾ, ਸਾਰੇ ਜੇ ਸਮੁੱਚੀਆਂ ਸਟੇਟਾਂ ਦਾ ਲਾਈਏ। ਮਾਨਸਿਕ ਤੌਰ ਤੇ ਨਾ ਤੇ ਮਾਂ-ਬਾਪ ਆਪਣੇ ਬੱਚਿਆਂ ਦੇ ਨਜ਼ਦੀਕ ਹੁੰਦੇ ਨੇ ਤੇ ਨਾ ਬੱਚੇ ਮਾਂ-ਬਾਪ ਦੇ ਨਜ਼ਦੀਕ ਹੁੰਦੇ ਨੇ। ਸਾਡਾ ਇੱਕ ਦੂਜੇ ਨੂੰ ਸਮਝਣ ਦਾ ਜਿਹੜਾ ਢੰਗ ਆ ਨਾ, ਅਸੀਂ ਸਾਡੀਆਂ ਕਲਪਨਾ ਨੇ। ਮਾਧਵੇ ਕਿਆ ਕਹੀਏ ਭਰਮ ਐਸਾ, ਬੱਚਾ ਰੋਂਦਾ, ਅਸੀਂ ਕਹਿੰਦੇ ਕਿਸੇ ਦੀ ਨਜ਼ਰ ਲੱਗ ਗਈ। ਪਹਿਲਾਂ ਸਾਡੀ ਕਲਪਨਾ ਹੀ ਗਲਤ ਹੈ ਕਿ ਨਜ਼ਰ ਵਿੱਚ ਲੱਗਣ ਲਈ ਕੁਛ ਨਹੀਂ ਹੁੰਦਾ। ਫਿਰ ਅਸੀਂ ਮਿਰਚਾਂ ਮਾਰ ਕੇ ਚੁੱਲ੍ਹੇ 'ਚ ਸਿੱਟਦੇ ਵੀ ਨਜ਼ਰ ਹਟ ਗਈ। ਹੁਣ ਬੱਚੇ ਦੇ ਰੋਣ ਦੇ 100 ਕਾਰਨ ਹੋ ਸਕਦੇ ਨੇ। ਉਹਦੇ ਖਾਰਸ਼ ਹੋ ਸਕਦੀ ਆ, ਪੀੜ ਹੋ ਸਕਦੀ ਆ, ਭੁੱਖ ਹੋ ਸਕਦੀ ਆ, ਵੱਧ ਦੁੱਧ ਪੀਤਾ ਹੋ ਸਕਦਾ, ਉਹਦੇ ਅੰਦਰ ਕੋਈ ਇਨਫੈਕਸ਼ਨ ਹੋ ਸਕਦੀ ਆ। ਪਰ ਸਾਡੀ ਮਾਨਸਿਕਤਾ ਜਿਹੜੀ ਆਮ ਲੋਕਾਂ ਦੀ ਹੁੰਦੀ ਆ ਵੀ ਇਹਨੂੰ ਨਜ਼ਰ ਲੱਗ ਗਈ ਆ। ਇਸੇ ਲਈ ਸਾਡੀਆਂ ਕੋਠੀਆਂ ਦੇ ਉੱਤੇ ਨਜ਼ਰ ਵੱਟੂ, ਸਾਡੇ ਟਰੱਕਾਂ ਦੇ ਪਿੱਛੇ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਭਾਵੇਂ ਟਰੱਕ ਧੂਆਂ ਸਿੱਟ ਕੇ ਪਿਛਲਿਆਂ ਸਾਰਿਆਂ ਦਾ ਮੂੰਹ ਕਾਲਾ ਕਰ ਦੇਵੇ, ਪਰ ਫੇਰ ਵੀ ਉਹਨੂੰ ਲਿਖੀ ਬੈਠਾ ਵੀ ਤੁਹਾਡਾ ਮੂੰਹ ਕਾਲਾ, ਮੇਰਾ ਕੁਛ ਨਹੀਂ ਹੈਗਾ, ਵੀ ਮੇਰੇ ਟਰੱਕ ਦਾ ਕੋਈ ਕਸੂਰ ਨਹੀਂ ਜੇ ਕਾਲਾ ਧੂਆਂ ਛੱਡਦਾ। ਤੇ ਨਜ਼ਰ ਇਹਨੂੰ ਕਾਹਦੀ ਲੱਗਣੀ ਆ? 50% ਹਿੰਦੁਸਤਾਨ 'ਚ ਟੁੱਟੇ ਟਰੱਕ ਨੇ।
ਫਿਰ ਵੀ ਪਿੱਛੇ ਲਿਖੀ ਬੈਠੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਇਹ ਸਾਡੀ ਗਰੀਬ ਮਾਨਸਿਕਤਾ ਹੈ ਇਸ ਧਰਤੀ ਦੇ ਲੋਕਾਂ ਦੀ। ਔਰ ਜੇ ਡਾਕਟਰ ਦੀ ਕੋਠੀ ਦੇ ਉੱਤੇ ਵੀ ਕੋਈ ਇੰਜੀਨੀਅਰ ਦੀ ਕੋਠੀ ਬਣਾਉਂਦਾ, ਉਹ ਵੀ ਕਾਲਾ ਨਜ਼ਰ ਵੱਟੂ, ਕਾਲਾ ਟਾਇਰ, ਕਾਲਾ ਭੂਤਨਾ ਟੰਗਦਾ ਵੀ ਇਹਨੂੰ ਨਜ਼ਰ ਨਾ ਲੱਗ ਜੇ। ਜਦੋਂ ਕਿ 90% ਡਾਕਟਰ ਪੜ੍ਹਦੇ ਨਜ਼ਰ ਵਾਲੀਆਂ ਐਨਕਾਂ ਲੱਗ ਜਾਂਦੀਆਂ ਨੇ, ਉਹਨਾਂ ਨੂੰ ਆਪਣੀ ਪੁਸਤਕ ਵੀ ਐਨਕਾਂ ਤੋਂ ਬਿਨਾਂ ਨਹੀਂ ਦਿੰਦੀ, ਤੇ ਕੋਠੀ ਨੂੰ ਨਜ਼ਰ ਕਿਸੇ ਦੀ ਕਿਵੇਂ ਲੱਗ ਜੂਗੀ? ਹੋ ਹੀ ਨਹੀਂ ਸਕਦਾ। ਇਹ ਸਾਡੀ ਧਰਤੀ ਦਾ ਭਰਮ ਹੈ। ਮੈਂ ਫਿਰ ਕਹਾਂਗਾ, ਕਿਉਂਕਿ ਅਸੀਂ ਬਹੁਤ ਰੰਗਾਂ ਦੇ ਲੋਕ ਹਾਂ। ਸਾਡੀ ਧਰਤੀ ਦਾ ਭਰਮ ਆ ਕਿ ਗੋਰੇ ਬੱਚੇ ਨੂੰ ਨਜ਼ਰ ਲੱਗ ਜਾਂਦੀ ਆ। ਪਰ ਤੁਸੀਂ ਪੱਛਮ ਵਿੱਚ ਜਾਓ, ਇੰਗਲੈਂਡ ਵਿੱਚ ਸਾਰਿਆਂ ਦੇ ਬੱਚੇ ਗੋਰੇ ਨੇ, ਉਹਨਾਂ ਦੇ ਮਨ ਵਿੱਚ ਭਰਮ ਹੀ ਨਹੀਂ ਆਇਆ ਕਿ ਇਹਨਾਂ ਬੱਚਿਆਂ ਨੂੰ ਨਜ਼ਰ ਲੱਗ ਜੂਗੀ, ਕਿਉਂਕਿ ਮਾਤਾ ਪਿਤਾ ਵੀ ਗੋਰੇ ਨੇ, ਬੱਚੇ ਵੀ ਗੋਰੇ ਨੇ। ਤੁਸੀਂ ਚੀਨ ਵਿੱਚ ਜਾਓ, ਸਾਰਿਆਂ ਦੇ ਬੱਚੇ ਚੀਨਿਆਂ ਦੇ ਇੱਕੋ ਜਿਹੇ ਨੇ, ਫੀਨੇ ਵਾਲਿਆਂ ਦੇ ਫੋਟੋ ਸਟੇਟ ਕਰਾਏ ਹੁੰਦੇ ਨੇ, ਉਹ ਉਹਨਾਂ ਦੇ ਮਨ 'ਚ ਹੀ ਨਹੀਂ ਆ ਵੀ ਇਹਨੂੰ ਨਜ਼ਰ ਲੱਗ ਜੂਗੀ। ਤੁਸੀਂ ਕਿਸੇ ਧਰਤੀ 'ਤੇ ਜਾਓ, ਅਸੀਂ ਹੈਗੇ ਬਹੁਤ ਜੀਨਸ ਨੇ, ਸਾਡੇ ਬਹੁਤ ਸਾਰੀਆਂ ਨਸਲਾਂ ਨੇ। ਇਹ ਸਾਡੀ ਧਰਤੀ ਦਾ ਭਰਮ ਹੈ। ਨਜ਼ਰ ਲੱਗਣਾ ਘਰਾਂ ਨੂੰ ਸਾਡੀ ਧਰਤੀ ਦਾ ਭਰਮ ਹੈ, ਕਿਉਂਕਿ ਪੱਛਮ ਵਿੱਚ ਲੱਕੜ ਦੇ ਮਕਾਨ ਨੇ। ਤੁਸੀਂ ਬਹੁਤ ਸਾਰੇ ਗੁਰਮੁਖ ਪਿਆਰੇ ਗਏ ਹੀ ਹੋ, ਉਹਨਾਂ ਦਾ ਜਿਹੜਾ ਬਾਹਰੀ ਸਟਰਕਚਰ ਹੈ ਇੱਕੋ ਜਿਹਾ, ਅੰਦਰੋਂ ਕਿਸੇ ਦਾ ਪੈਸਾ ਵੱਧ ਘੱਟ ਲੱਗਾ ਹੋ ਸਕਦਾ। ਉਹਨਾਂ ਦੇ ਮਨ ਵਿੱਚ ਇਹ ਵਿਸ਼ਵਾਸ, ਅੰਧ ਵਿਸ਼ਵਾਸ ਪੈਦਾ ਹੀ ਨਹੀਂ ਹੋਇਆ ਕਿ ਕਦੀ ਇਸ ਲੱਕੜ ਦੇ ਘਰ ਨੂੰ ਨਜ਼ਰ ਲੱਗ ਜੂਗੀ। ਇੱਥੇ ਲਈ ਉਸੇ ਨਾ ਨਜ਼ਰ ਵੱਟੂ ਹੈ, ਨਾ ਉੱਥੇ ਕੋਈ ਭੂਤ ਕੱਢਣ ਵਾਲਾ ਬਾਬਾ, ਨਾ ਉੱਥੇ ਧੌਲੀ ਧਾਰ ਹੈ, ਨਾ ਉੱਥੇ ਕੋਈ ਹੋਰ ਡੇਰਾ। ਕਾਰਨ ਇਹੋ ਹੈਗਾ, ਪਹਿਲੀ ਗੱਲ ਤਾਂ ਉਹ ਆਬਾਦੀ ਥੋੜ੍ਹੀ ਹੈ, ਜੀਵਨ ਜਾਚ ਚੰਗੀ ਹੈ, ਲੋਕਾਂ ਦੇ ਮਨਾਂ 'ਚ ਸ਼ੰਕੇ ਨਹੀਂ ਆਉਂਦੇ ਵੀ ਇਹਨੂੰ। ਹਾਲਾਂਕਿ ਉੱਥੇ ਮੰਨਦੇ ਜ਼ਰੂਰ ਨੇ ਕੁਝ ਪ੍ਰਤੀਸ਼ਤ ਵਿੱਚ, ਇਹ ਉਹਨਾਂ ਦੇ ਅੰਧ ਵਿਸ਼ਵਾਸ ਉਹਨਾਂ ਦੇ ਵੀ ਨੇ ਵੀ ਕੋਈ ਬੁਰੀਆਂ ਰੂਹਾਂ ਹੁੰਦੀਆਂ। ਪਰ ਜਿੰਨੀਆਂ ਬੁਰੀਆਂ ਰੂਹਾਂ ਸਾਡੇ ਹਿੰਦੁਸਤਾਨ 'ਚ ਕਲਪੀਆਂ ਜਾਂਦੀਆਂ, ਮਾਨਸਿਕ ਰੋਗੀਆਂ ਨੂੰ ਅਸੀਂ ਚਮਟਿਆਂ ਨਾਲ ਕਟਾਉਂਦੇ ਹਾਂ, ਕੋਈ ਕਿਸੇ ਦੇ ਸੂਈ ਘਪਾਉਂਦਾ, ਕੋਈ ਸੰਗਲਾਂ ਨਾਲ ਕੁੱਟਦਾ, ਪਰ ਉਹਨੂੰ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਵੀ ਇਹ ਪਰੇਸ਼ਾਨ ਕਿਉਂ ਆ। ਅਤੇ ਮੈਂ ਬਹੁਤ ਸਾਰੇ ਮਰੀਜ਼ਾਂ ਨੂੰ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਘਰ ਦੇ ਕਹਿੰਦੇ ਸਨ ਕਿ ਇਹਨੂੰ ਭੂਤ ਚਿੰਬੜਿਆ, ਇਹਨੂੰ ਪ੍ਰੇਤ ਚਿੰਬੜਿਆ, ਪਰ ਉਹਨਾਂ ਦੇ ਬਿਲਕੁਲ ਕਾਰਨ ਹੋਰ ਸਨ। ਕਿਉਂਕਿ ਸਾਡੀ ਜਿਹੜੀ ਕਲਪਨਾ ਇੱਥੋਂ ਧਰਤੀ ਦੇ ਲੋਕਾਂ ਦੀ ਸਾਡੇ ਕਲਚਰ ਦੇ ਵਿੱਚ ਹੈ, ਸਾਡੇ ਸੱਭਿਆਚਾਰ ਵਿੱਚ ਹੈ ਵੀ ਕੋਈ ਭੂਤ ਪ੍ਰੇਤ ਕਿਸੇ ਨੂੰ ਚੰਬੜ ਸਕਦਾ। ਆਸਤਿਕ ਮਤ ਆਤਮਾ ਨੂੰ ਮੰਨਦਾ ਹੈ, ਸਿੱਖ ਮਤ ਆਸਤਿਕ ਮਤ ਹੈ। ਅਸੀਂ ਆਤਮਾ ਦਾ ਵਿਕਾਸ ਤੇ ਮੰਨਦੇ ਹਾਂ ਕਿ ਇਹ ਸਾਡੇ ਗੁਰੂ ਸਾਹਿਬਾਂ ਦਾ ਉਪਦੇਸ਼ ਹੈ, ਪਰ ਹਰ ਆਤਮਾ ਭੂਤ ਨਹੀਂ ਹੁੰਦੀ। ਇਹ ਸਾਡੀ ਗਲਤ ਕਲਪਨਾ ਹੈ। ਕਦੀ ਕਿਸੇ ਨੇ ਇਹ ਵੀ ਕਿਹਾ ਕਿ ਮੈਨੂੰ ਚੰਗੀ ਆਤਮਾ ਮਿਲੀ ਹੈ ਤਾਂ ਉਹਨੇ ਮੇਰੇ ਕਾਰਜ ਸੁਵਾਰੇ ਆ। ਅਸੀਂ ਹਰ ਆਤਮਾ ਨੂੰ ਬੁਰੀ ਆਤਮਾ ਦੇ ਨਜ਼ਰੀਏ ਤੋਂ ਲੈਂਦੇ ਹਾਂ। ਭੂਤ ਦਾ ਅਰਥ ਤੱਤ ਵੀ ਹੈ, ਭੂਤਕ ਦਾ ਅਰਥ ਵੀ ਤੱਤ ਹੀ ਆ। ਭੂਤ ਬੀਤੇ ਕਾਲ ਨੂੰ ਵੀ ਕਹਿੰਦੇ ਆ। ਭੂਤ ਅਸਲ ਵਿੱਚ ਹੈ ਕਿ ਮਨੁੱਖ ਕਦੀ ਹੁੰਦਾ ਸੀ ਪਰ ਹੁਣ ਨਹੀਂ ਹੈ, ਇਹਦਾ ਮਤਲਬ ਭੂਤ ਹੈ। ਉਹ ਭੂਤ ਕਾਲ ਵਿੱਚ ਚਲਾ ਗਿਆ। ਪਰ ਹਵਾ ਕਿਸੇ ਨੂੰ ਡਰਾ ਨਹੀਂ ਸਕਦੀ। ਅਸੀਂ ਕਲਪਨਾ ਕਰਦੇ ਹਾਂ ਪੰਜ ਤੱਤਾਂ ਦੀ, ਪੰਜ ਤੱਤ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਅਸੀਂ ਅਗਨੀ ਲਾ ਦਿੱਤੀ, ਅਸੀਂ ਰੋੜ ਦਿੱਤੀ ਹੈ। ਇਹ ਸਾਡੇ ਸੱਭਿਆਚਾਰ ਵਿੱਚ ਹੈ, ਕਿਉਂਕਿ ਸਾਡੇ ਸਿਵੇ ਵੀ ਡਰਾਉਣੇ ਨੇ, ਸਾਡੇ ਇਲਾਕੇ ਡਰਾਉਣੇ ਨੇ। ਸਾਡੀ ਜਿਹੜੀ ਕਲਪਨਾ ਦੇ ਵਿੱਚੋਂ ਡਰ ਪੈਦਾ ਹੁੰਦਾ। ਤੁਸੀਂ ਖੁਦ ਹੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਦਿਨ ਦੇ ਵੇਲੇ ਸਾਡੇ ਡਰ ਨਹੀਂ ਹੁੰਦੇ ਜਿਹੜੇ ਸਾਡੇ ਰਾਤ ਦੇ ਵੇਲੇ ਪੈਦਾ ਹੁੰਦੇ ਨੇ। ਔਰ ਰਾਤ ਵੇਲੇ ਸਾਨੂੰ ਕੋਈ ਬਾਹਰੋਂ ਚੀਜ਼ ਨਹੀਂ ਡਰਾਉਂਦੀ, ਸਾਡੀ ਅੰਦਰ ਦੀ ਕਲਪਨਾ ਡਰਾਉਂਦੀ ਆ। ਸਾਡਾ ਮਨ ਹੀ ਸਾਨੂੰ ਡਰਾਉਂਦਾ ਕਿ ਇਹ ਸਾਡੇ ਬਹੁਤ ਸਾਰੇ ਲੋਕਾਂ ਦੀਆਂ ਥਾਵਾਂ ਨਾਲ, ਰੁੱਖਾਂ ਨਾਲ, ਮੋੜਾਂ ਨਾਲ, ਖੂਹਾਂ ਨਾਲ, ਛੱਪੜਾਂ ਨਾਲ, ਨਹਿਰਾਂ ਨਾਲ, ਦਰਿਆਵਾਂ ਨਾਲ, ਹਰ ਖਿੱਤੇ ਦੇ ਲੋਕਾਂ ਦੇ ਕੁਝ ਡਰ ਤੇ ਅੰਧ ਵਿਸ਼ਵਾਸ ਜੁੜੇ ਹੋਏ ਨੇ। ਪਰ ਦੂਜੀ ਧਰਤੀ ਦਾ ਬੰਦਾ ਜਾਵੇ, ਉਹ ਉਸ ਸਥਾਨ ਤੋਂ ਚੁੱਪ ਕਰਕੇ ਲੰਘ ਜਾਏਗਾ, ਕਿਉਂਕਿ ਉਹਦੇ ਮਨ 'ਚ ਉਹ ਕਲਪਨਾ ਹੀ ਨਹੀਂ ਹੈ ਕਿ ਇਸ ਛੱਪੜ 'ਤੇ ਕੋਈ ਭੂਤ ਰਹਿੰਦਾ, ਜਾਂ ਇਸ ਨਹਿਰ 'ਤੇ ਰਹਿੰਦਾ, ਜਾਂ ਇਸ ਮੜੀ 'ਤੇ ਰਹਿੰਦਾ। ਜਿਹੜੇ ਉਸ ਖਿੱਤੇ ਦੇ ਲੋਕ ਹੋਣਗੇ ਉਹਨਾਂ ਨੂੰ ਪਤਾ ਹੁੰਦਾ, ਉਹ ਉੱਥੇ ਜਾ ਕੇ ਵੈਸੇ ਹੀ ਡਰ ਜਾਂਦੇ ਨੇ। ਔਰ ਇਹ ਡਰ ਲੋਕ ਮਨਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਪਾਏ ਜਾਂਦੇ ਨੇ। ਸਤਿਗੁਰਾਂ ਨੇ ਇਹਦਾ ਇੱਕ ਇਲਾਜ ਦਿੱਤਾ ਹੈ। ਅਸੀਂ ਰਹਿਰਾਸ ਦੀ ਬਾਣੀ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਹਨੇ ਡਰ ਰਹਿਤ ਪ੍ਰਭੂ ਦਾ ਸਿਮਰਨ ਕੀਤਾ, ਉਹਦੇ ਸਾਰੇ ਡਰ ਆਪਣੇ ਆਪ ਦੂਰ ਹੋ ਗਏ। ਮੈਂ ਫਿਰ ਬੇਨਤੀ ਕਰਦਾ ਕਿ ਸਰੀਰ ਦੀ ਖੁਰਾਕ ਤੇ ਪੋਸ਼ਾਕ ਵਾਸਤੇ ਹਿੰਦੁਸਤਾਨ ਦੇ ਲੋਕ ਕਰੋੜਾਂ ਰੁਪਏ ਖਰਚ ਕਰ ਦਿੰਦੇ ਨੇ। ਮਨ ਦੇ ਸ਼ਿੰਗਾਰ ਵਾਸਤੇ ਤੇ ਮਨ ਦੇ ਤਕੜਾਈਪਨ ਵਾਸਤੇ ਇਹ ਬਹੁਤ ਅਣਗਹਿਲੀ ਕਰਦੇ ਨੇ। ਜਦੋਂ ਮਨਾਂ ਦੇ ਵਿੱਚ ਅਨੇਕ ਤਰ੍ਹਾਂ ਦੀਆਂ ਕਲਪਨਾਵਾਂ ਤੇ ਅੰਧ ਵਿਸ਼ਵਾਸ ਹੋਣਗੇ, ਤੇ ਸਹਿਜ ਭਾਵੀ ਆ ਕਿ ਸਾਡੇ ਜਦੋਂ ਅਸੀਂ ਬੰਦਾ ਮਨ ਦੇ ਆਖੇ ਤਾਂ ਲੱਗਦਾ, ਤੇ ਮਨ ਨੇ ਇਹਨੂੰ ਤੋੜਨਾ ਹੁੰਦਾ। ਤੇ ਜੇ ਮਨ ਹੀ ਡਰਾਕਲ ਹੈ ਤੇ ਮਨ ਕਦੀ ਵੀ ਤੁਹਾਨੂੰ ਡਰ ਤੋਂ ਮੁਕਤ ਨਹੀਂ ਕਰ ਸਕਦਾ। ਮਨ ਡਰ ਤੋਂ ਉਸ ਸਮੇਂ ਮੁਕਤ ਹੁੰਦਾ ਜਦੋਂ ਆਪਾਂ ਨਿਰਭਉ ਤੇ ਨਿਰਵੈਰ ਦੇ ਉਪਾਸ਼ਕ ਹੁੰਦੇ ਹਾਂ। ਸਾਡੇ ਪੰਜਾਬੀ ਸਾਹਿਤ ਵਿੱਚ ਇੱਕ ਲੋਕ ਬੋਲੀ ਹੈ, ਆਰੀ ਆਰੀ ਆਰੀ
ਪੁੱਤ ਨੇ ਕੀ ਸ਼ੇਰ ਮਾਰਨਾ ਜਿਹਦੇ ਪਿਓ ਨੇ ਬਿੱਲੀ ਨਾ ਮਾਰੀ। ਉਹਦੇ ਪਿੱਛੇ ਇੱਕ ਤੱਤ ਹੈ, ਜਿਹਦਾ ਪਿਤਾ ਬਿੱਲੀ ਦੇ ਡੰਡਾ ਨਹੀਂ ਮਾਰ ਸਕਦਾ, ਉਹਦਾ ਪੁੱਤ ਸ਼ੇਰ ਦੇ ਗਲ ਨਹੀਂ ਪੈ ਸਕਦਾ, ਕਿਉਂਕਿ ਇਹ ਜੀਨਸ ਵਿਕਾਸ ਕਰਦੇ ਨੇ, ਘਰ ਦਾ ਮਾਹੌਲ ਵਿਕਾਸ ਕਰਦਾ ਹੈ। ਤੇ ਜਿਸ ਕਲਚਰ ਦੇ ਵਿੱਚ ਬਿੱਲੀ ਦੇ ਰਾਹ ਕੱਟਣ ਤੋਂ ਹੀ ਬੰਦਾ ਡਰਦਾ ਹੋਵੇ, ਤੇ ਉਸ ਸੱਭਿਆਚਾਰ ਦੇ ਲੋਕ ਜਾਂ ਉਸ ਖਿੱਤੇ ਦੇ ਲੋਕ ਕਿਵੇਂ ਚੰਗਾ ਆਪਣਾ ਸਫ਼ਰ ਕਰ ਸਕਣਗੇ? ਕਿਉਂਕਿ ਬਿੱਲੀ ਨੇ ਤਾਂ ਰਸਤੇ ਤੋਂ ਦੀ ਲੰਘਣਾ, ਬਿੱਲੀ ਉੱਡ ਨਹੀਂ ਸਕਦੀ। ਮੈਂ ਕਹਿੰਦਾ ਹੁੰਦਾ ਵੀ ਸਾਡੇ ਵਿਸ਼ਵਾਸ ਨੇ ਵੀ ਫਲਾਨਾ ਮੱਥੇ ਲੱਗਾ ਮਾੜਾ, ਤੇ ਉਹਨੂੰ ਵੀ ਪੁੱਛ ਲਓ, ਕੀ ਪਤਾ ਉਹ ਤੁਹਾਡੇ ਬਾਰੇ ਸੋਚੀ ਬੈਠਾ ਹੋਵੇ ਤੁਸੀਂ ਮੱਥੇ ਲੱਗੇ ਮਾੜੇ। ਇਹ ਤਾਂ ਸਾਡੀ ਕਲਪਨਾ ਹੈ ਨਾ ਵੀ ਫਲਾਨਾ ਮੱਥੇ ਲੱਗ ਜਾਏ ਤੇ ਮਾੜਾ ਹੁੰਦਾ, ਪਰ ਉਹਦੀ ਕਲਪਨਾ ਵੀ ਪੁੱਛੋ ਤੇ ਉਹਨੇ ਵੀ ਤਾਂ ਮਨ ਵਿੱਚ ਸੋਚਿਆ ਹੋ ਸਕਦਾ ਵੀ ਉਹ ਮੱਥੇ ਲੱਗ ਜੇ ਉਹ ਵੀ ਮਾੜਾ ਹੁੰਦਾ। ਕਹਿੰਦੇ ਇਸੇ ਤਰ੍ਹਾਂ ਬਿੱਲੀ ਦਾ ਬੱਚਾ ਰਸਤਾ ਕ੍ਰੋਸ ਕਰ ਰਿਹਾ ਸੀ, ਉਧਰੋਂ ਆਦਮੀ ਆ ਗਿਆ ਤੇ ਬੰਦੇ ਦੇ ਬੱਚੇ ਨੇ ਉਹਦੇ ਰੋੜਾ ਮਾਰਿਆ, ਤੇ ਬਿੱਲੀ ਦੇ ਬੱਚੇ ਦੀ ਲੱਤ ਤੇ ਵੱਜਾ, ਉਹ ਮਿਆਉਂ ਮਿਆਉਂ ਕਰਦਾ ਮਾਂ ਕੋਲੇ ਚਲਾ ਗਿਆ। ਤੇ ਬਿੱਲੀ ਆਪਦੇ ਬਲੂੰਗੜੇ ਨੂੰ ਕਹਿੰਦੀ, ਪੁੱਤ ਮੈਂ ਤੈਨੂੰ ਕਿੰਨੀ ਵਾਰ ਕਿਹਾ, ਜਦੋਂ ਇਹ ਬੰਦੇ ਦਾ ਬੱਚਾ ਆਪਣੇ ਮੱਥੇ ਲੱਗ ਜੇ ਆਪਣਾ ਨੁਕਸਾਨ ਹੁੰਦਾ ਹੀ ਹੁੰਦਾ। ਮਤਲਬ ਮਤ ਸੋਚੋ ਵੀ ਇਹ ਅਸੀਂ ਉਹਨਾਂ ਨੂੰ ਮਾੜੇ ਕਹਿੰਦੇ ਆ, ਜੀਵ ਜੰਤੂਆਂ ਦੇ ਮਨਾਂ 'ਚ ਵੀ ਕਲਪਨਾ ਹੋਏਗੀ ਵੀ ਜਦੋਂ ਇਸ ਤਰ੍ਹਾਂ ਦਾ ਬੰਦਾ ਸਾਡੇ ਮੱਥੇ ਲੱਗੇ ਇਹ ਵੀ ਮਾੜਾ ਹੁੰਦਾ। ਪਰ ਇਹ ਸਾਰੇ ਭਰਮ, ਇਹ ਫੋਕਟ ਕਰਮਕਾਂਡ ਬੰਦੇ ਦੀ ਅਗਿਆਨਤਾ ਕਰਕੇ ਹੁੰਦੇ ਆ, ਮਨ ਦੇ ਅੰਧ ਵਿਸ਼ਵਾਸ ਕਰਕੇ ਹੁੰਦੇ ਆ। ਇਸ ਤੋਂ ਅੱਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ, ਖਾਸ ਕਰਕੇ ਸਾਡੇ ਢਾਡੀ ਕਵੀਸ਼ਰ ਪ੍ਰਚਾਰਕ सतगुरां ने ऐलान किया, चिड़ियों से मैं बाज तड़ाऊँ, गिद्दड़ों से मैं शेर बनाऊँ, 1.25 लाख से एक लड़ाऊँ, तब है गोबिंद सिंह नाम कहूँ। मैं अगे भी बेनती की सी, सतगुरां ने चिड़ी की उदाहरण इस करके दी है जदों कि चिड़ियाँ तो छोटे सैकड़े लखां की तादाद में जीव जंतु ने, मच्छरां दियां 120 किस्मां ने जो कि बहुत सूक्ष्म है। चिड़ी का दिल जिवें तंदुरुस्त बंदे का दिल 1 मिनट में 72 वार धड़कदा है, जो मैं पढ़िया कि चिड़ी का दिल 540 वार धड़कदा 1 मिनट में। आपां पंजाबी लोग कहने इहने की करना है, चिड़ी वर्गा डरपोक है जां चिड़ी वर्गा दिल है। कारण है सतगुरु कहते कि जिन्हां लोकां दे दिल कमजोरी विच इन्ने कमज़ोर ने, चिड़ियां वर्गे ने, मैं उन्हां नूं बाजां वर्गी शक्ति देंगा। गिद्दड़ों से मैं शेर बनाऊँ, गिद्दड़ बारे जीव विज्ञान कहता है कि वह जंगल विच अपने परछावें तो डर के ही भज्जा फिरदा। इसे लिए आपां गिद्दड़ नूं डरपोक दे जां गिद्दड़ वर्गा डरपोक शब्द इसलिए वरतदे आ कि अपने परछावें तो डरदा है। ते जिहड़ा समाज अपने परछाविਆਂ तो डरदा होवे, भी आपे ही नाम रखे ने दिनां दे, आप ही डर रहे होण, आपे ही कबरां बनाईयां मिट्टी लिया के, इट्टां लिया के, आपे ही उस कबर तो डरदे होण, आपे ही उत्थे शराब चढ़ाई जांदे ने, आपे ही पी जांदे ने, आपे ही डरी जांदे ने भी बाबा दारू मंगदा कोई नहीं है। ਉਹ समाज कभी तरक्की नहीं कर सकता। सतगुरां ने मन की शक्ति वास्ते बाणी दिती, पर बाहरी शक्ति वास्ते नाल बाणा भी दिता है कि जे तेरे कोल शस्त्र है, तेरे विच बीरस होएगा, बीरस होएगा, तू बाहरे शत्रुआं दा टाकरा करेगा। पर बहुते शत्रु साडे अंदरों ने, जिवें असीं 5 काम क्रोध लोह मोह हंकार बारे पढ़िया, ये साडे अंदरूनी शत्रु ने। कुछ शत्रु साडे मन च बैठे हुए ने, मन च साडे अंध विश्वास बैठे हुए ने। ਇਹ ਸ਼ਤਰੂਆਂ ਨੂੰ ਮਾਰਨ ਵਾਸਤੇ ਕੇਵਲ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆਈ ਆ। ਇਹ ਜਦ ਮਨੁੱਖ ਨੂੰ ਗਿਆਨ ਹੁੰਦਾ, ਮੈਂ ਅਕਸਰ ਕਹਿੰਦਾ ਹੁੰਦਾ ਕਿ ਪੰਜਾਬ ਵਿੱਚ ਜਿਹੜੇ ਅਸੀਂ ਪੰਜਾਬੀ ਜਿੰਨੇ ਵੀ ਬੋਲਦੇ ਹਾਂ, ਹਿੰਦੁਸਤਾਨ 'ਚ ਲਾ ਲਓ, ਛੋਟੇ ਬੱਚੇ ਨੂੰ ਡਰਾਉਣ ਵਾਸਤੇ ਸਾਡੇ ਕੋਲੇ 2 ਹੀ ਡਾਇਲਾਗ ਨੇ, ਦੁੱਧ ਪੀ ਲਾ, ਬਿੱਲੀ ਮਾਊ ਆਜੂ ਕੋਕੋ ਆਜੂ, ਜਾਂ ਚੀਜ਼ ਲੁਕਾਉਣੀ ਹੋਵੇ ਮਾਊ ਲੈ ਗਈ ਕੋਕੋ ਲੈ ਗਈ। 3-4 ਸਾਲ तक सारे बच्चे डरते हैं। तुहाडे चों भी बहुतिਆਂ ਨੂੰ इसे तरह डराया गया हो, सानू भी एवें, क्योंकि पंजाबियों कोले 2 ही डायलॉग ने, कोको दा ते माऊ दा। जद वो बच्चा 4-5 साल का हुंदा, ਉਹਨੂੰ समझ आउंदी आ भी कोको तां गालड़ हुंदी आ ते माऊ बिल्ली हुंदी आ। उसे बिल्ली नाल ਉਹ खेडदा भी आ ते पिछे रोड़े लैके भी भज्जा फिरदा, उसे गालड़ दे पिछे ਉਹ भज्जा फिरदा। पर डर कदों लथा? जदों ਉਹਨੂੰ पता लग गया कि कोको गालड़ हुंदी आ ते माऊ बिल्ली हुंदी आ। डरिया कदों तक? जदों ओदी समझ अजे छोटी सी भी कोको पता नहीं की चीज़ आ ते माऊ पता नहीं की चीज़ है। जदों ओदा ज्ञान विकास करदा है कि बिल्ली भी खतरनाक नहीं हैगी ते गालड़ भी खतरनाक नहीं हैगी, ओदा डर लै जांदा और उन्हां दे पिछे पिछे खेडदा होया उन्हां नूं खुद डराउणा शुरू कर दिंदा। इहो हाल इस धरती दे ਵਹਿਮਾਂ ਭਰਮਾਂ ਦਾ ਤੇ ਫੋਕਟ ਕਰਮਕਾਂਡਾਂ ਦਾ ਹੈ। ਜਿੰਨਾ ਜਿੰਨਾ ਮਨੁੱਖ ਦਾ ਗਿਆਨ ਵਿਕਾਸ ਕਰਦਾ, ਸਤਿਗੁਰਾਂ ਨੇ ਮਾਨਸਿਕ ਸ਼ਕਤੀ ਦਿੰਦਿਆਂ
ਇਹ ਜੋ ਕੁਝ ਵੀ ਧਰਤੀ ਤੇ ਫੈਲਿਆ ਸੀ ਭਾਰਤੀ ਕਲਚਰ ਦੇ ਵਿੱਚ, ਮੈਂ ਫਿਰ ਬੇਨਤੀ ਕਰਾਂਗਾ, ਭਾਰਤੀ ਸੱਭਿਆਚਾਰ ਵਿੱਚ ਜੋ ਸਿੱਖ ਸੱਭਿਆਚਾਰ ਸਿਰਜਿਆ ਗਿਆ, ਸਿੱਖ ਸੱਭਿਆਚਾਰ ਨੇ ਭਾਰਤੀ ਸੱਭਿਆਚਾਰ ਦੇ ਕਿਸੇ ਵੀ ਅੰਧ ਵਿਸ਼ਵਾਸ ਨੂੰ, ਫੋਕਟ ਕਰਮ ਨੂੰ ਨਹੀਂ ਮੰਨਿਆ ਔਰ ਉਹਦਾ ਗੁਰਬਾਣੀ ਵਿੱਚ ਉਤਰ ਦਿੱਤਾ। ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਨੇ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬਰਤ ਗੋਰ ਮੜੀ ਮੱਠ ਭੂਲ ਨਾ ਮਾਨੇ। ਮੇਰਾ ਖਾਲਸਾ ਕਿਸੇ ਵੀ ਕਬਰ ਨੂੰ, ਕਿਸੇ ਵੀ ਮੜੀ ਨੂੰ, ਕਿਸੇ ਵੀ ਮੱਠ ਨੂੰ, ਕਿਸੇ ਭੂਤ ਪ੍ਰੇਤ ਨੂੰ, ਕਿਸੇ ਪੀਰ ਫਕੀਰ ਨੂੰ ਨਹੀਂ ਮੰਨੇਗਾ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮੈਂ ਇਹਨੂੰ ਅਕਾਲ ਪੁਰਖ ਦੀ ਫੌਜ ਬਣਾਇਆ, ਇਹ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ, ਇਹ ਇਹਨਾਂ ਡਰਾਂ ਤੋਂ ਮੁਕਤ ਹੈ। ਕੁਝ ਸਾਡੇ ਵਿਅਕਤੀਗਤ ਭਰਮ ਹੁੰਦੇ ਨੇ। ਇੱਕ ਗੱਲ ਨਾਲ ਤੇ ਮੈਂ ਜ਼ਰੂਰ ਸਪਸ਼ਟ ਹੁੰਨਾ ਕਿ ਸੋਚ ਰੱਖਣੀ ਜ਼ਰੂਰੀ ਹੈ, ਤੇ ਝੂਠ ਖਾਣ ਤੋਂ ਵੀ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੀਆਂ ਬਿਮਾਰੀਆਂ ਨੇ, ਲਾਗ ਦੀਆਂ ਬਿਮਾਰੀਆਂ ਨੇ, ਛੂਤ ਦੀਆਂ, ਤੇ ਝੂਠ ਤੋਂ ਵੀ ਬਚਣਾ ਚਾਹੀਦਾ। ਪਰ ਕੁਝ ਸਾਡੇ ਕਈ ਵਾਰੀ ਨਾ ਸਿੱਖ ਸਮਾਜ ਦੇ ਵਿੱਚ ਵੀ ਇਹ ਬਹੁਤ ਅਗਾਂਹ ਤੱਕ ਭਰਮ ਚਲਾ ਗਿਆ ਵੀ ਉਹ ਸ਼ਹਿਰ ਵਿੱਚੋਂ, ਹਾਲਾਂਕਿ ਅਸੀਂ ਘਰਾਂ 'ਚ ਕੁਝ ਵੀ ਪੈਦਾ ਨਹੀਂ ਕਰਦੇ। ਜੇ ਕੋਈ ਜ਼ਿਮੀਂਦਾਰ ਹੋਏਗਾ ਉਹਦੇ ਘਰ 'ਚ ਵੱਧ ਤੋਂ ਵੱਧ ਤੋਰੀਆਂ, ਕੱਦੂ, ਕਰੇਲੇ ਹੋ ਜਾਂਦੇ ਆ, ਘੱਟੋ ਘੱਟ ਖੰਡ ਘਰੇ ਨਹੀਂ ਬਣਾਉਂਦਾ, ਪੱਤੀ ਘਰੇ ਨਹੀਂ ਬਣਾਉਂਦਾ, ਫਲ ਫਰੂਟ ਉਹਦੇ ਘਰੇ ਨਹੀਂ ਹੁੰਦਾ, ਸਾਰਾ ਕੁਝ ਬਾਹਰੋਂ ਹੀ ਆਉਂਦਾ। ਠੀਕ ਹੈ, ਇਹਨੂੰ ਪਵਿੱਤਰ ਬਰਤਨਾਂ ਵਿੱਚ ਬਣਾਉਣਾ ਤੇ ਸੋਚ ਰੱਖਣੀ ਬਹੁਤ ਚੰਗੀ ਗੱਲ, ਔਰ ਰੱਖਣੀ ਵੀ ਚਾਹੀਦੀ ਹੈ, ਭਾਵੇਂ ਕੋਈ ਅੰਮ੍ਰਿਤਧਾਰੀ ਹੈ ਭਾਵੇਂ ਨਹੀਂ ਹੈ। ਝੂਠ ਤੋਂ ਵੀ ਬਚਣਾ ਚਾਹੀਦਾ, ਤੇ ਜਿਹੜੀਆਂ ਅਣਕੱਜੀਆਂ ਚੀਜ਼ਾਂ ਨੇ ਉਹ ਵੀ ਖਾਣ ਤੋਂ ਬਚਣਾ ਚਾਹੀਦਾ। ਜਿਵੇਂ ਰੇਲਵੇ ਸਟੇਸ਼ਨਾਂ ਤੇ ਮੱਖੀਆਂ ਵੀ ਲੱਖਾਂ ਦੀ ਤਾਦਾਦ ਵਿੱਚ ਨੇ, ਤੇ ਲੋਕ ਉੱਥੇ ਹੀ ਕੁਲਚੇ, ਭਟੂਰੇ, ਸਮੋਸੇ ਖਾਈ ਜਾਂਦੇ ਨੇ। ਮੇਰਾ ਖਿਆਲ ਹੈ ਸਮਾਜ ਜੇ ਜਾਗਰਤ ਹੋਵੇ ਤੇ ਇਹ ਗੰਦਗੀ ਤੋਂ ਬਚਣਾ ਚਾਹੀਦਾ। ਕੁਝ ਹੈਗਾ ਸਾਡੇ ਵਿਅਕਤੀਗਤ ਭਰਮ ਹੈ। ਕਈ ਵਾਰੀ ਸਾਡਾ ਸਮਾਜ, ਖਾਸ ਕਰਕੇ ਸਾਡੇ, ਮੈਂ ਖੁਦ ਵੀ ਅੰਮ੍ਰਿਤਧਾਰੀ, ਮੈਂ ਇਸ ਲਈ ਬੇਨਤੀ ਕਰ ਰਿਹਾ ਕਿ ਅਸੀਂ ਬਾਹਰ ਤੋਂ ਇੰਨੇ, ਕਈ ਵਾਰੀ ਹੁੰਦਾ ਕਿ ਕੁਝ ਲੋਕ ਕਈ ਵਾਰੀ ਕਹਿੰਦੇ ਵੀ ਪ੍ਰਸ਼ਾਦ ਵੀ ਨਹੀਂ ਲੈਣਾ ਜੀ ਗੁਰਦੁਆਰੇ ਵਿੱਚੋਂ, ਘਰੇ ਹੀ ਬਣਾਵਾਂਗੇ ਤੇ ਛਕਾਂਗੇ, ਲੰਗਰ ਵਿੱਚੋਂ ਪ੍ਰਸ਼ਾਦਾ ਵੀ ਨਹੀਂ ਛਕਦੇ ਜੀ, ਇਹ ਕਿਸੇ ਨੇ ਬਣਾਇਆ ਜੀ, ਕੇਲੇ ਤਾਂ ਖਾ ਲਾਂਗੇ, ਸੰਤਰੇ ਖਾ ਲਾਂਗੇ, ਪਰ ਹੋਰ ਚੀਜ਼ਾਂ ਨਹੀਂ ਲੈ ਕੇ ਖਾਵਾਂਗੇ। ਘੱਟੋ ਘੱਟ ਮੇਰਾ ਖਿਆਲ ਜਿਹੜਾ ਸਾਡਾ ਆਪਣਾ ਸਿੱਖ ਸੱਭਿਆਚਾਰ ਹੈ, ਇਹਦੇ ਵਿੱਚ ਮੈਂ ਫੇਰ ਬੇਨਤੀ ਕਰਾਂ ਕਿ ਸਾਨੂੰ ਪ੍ਰਸ਼ਾਦੇ ਦਾ ਅਮਲ ਦੱਸਿਆ, ਅਸੀਂ ਕਿਸੇ ਨਸ਼ੇ ਦਾ ਸੇਵਨ ਨਹੀਂ ਕਰਦੇ, ਕਿਸੇ ਬੁਰੀ ਚੀਜ਼ ਦਾ ਨਹੀਂ ਕਰਦੇ, ਪਰ ਜਿਹੜੀਆਂ ਚੀਜ਼ਾਂ ਸਾਂਝੇ ਰੂਪ ਵਿੱਚ, ਪਵਿੱਤਰ ਰੂਪ ਵਿੱਚ ਬਣੀਆਂ ਹੋਈਆਂ ਨੇ, ਘੱਟੋ ਘੱਟ ਇਹਨਾਂ ਪ੍ਰਤੀ ਸਾਡੇ ਮਨ 'ਚ ਸ਼ੰਕਾ ਨਹੀਂ ਹੋਣਾ ਚਾਹੀਦਾ। ਕਿਉਂਕਿ ਜਿਹੜੀ ਸੰਗਤ ਪੰਗਤ ਦੀ ਮਰਿਆਦਾ ਹੈ ਕਿ ਇਹਨੇ ਸਾਡੇ ਬਹੁਤ ਸਾਰੇ ਭਰਮ ਦੂਰ ਕੀਤੇ ਨੇ, ਜਿਹੜੇ ਛੂਤ ਛਾਤ ਦੇ ਸੀ, ਜਾਤ ਪਾਤ ਦੇ ਸੀ, ਊਚ ਨੀਚ ਦੇ ਸੀ, ਤੇ ਸਾਡੇ ਲਈ ਗੁਰੂ ਸਾਹਿਬਾਨ ਨੇ ਹਦਾਇਤਾਂ ਵੀ ਕੀਤੀਆਂ, ਪਹਿਲੇ ਪੰਗਤ ਪਾਛੇ ਸੰਗਤ। ਉਹ ਸਾਡਾ ਜਿਹੜਾ ਕਲਚਰ ਹੈ, ਸਿੱਖ ਸੱਭਿਆਚਾਰ ਹੈ, ਉਹਦੇ ਵਿੱਚ ਘੱਟੋ ਘੱਟ ਇੰਨਾ ਕੁ ਸਾਨੂੰ ਇਹਨਾਂ ਛੋਟੇ ਛੋਟੇ ਵਿਅਕਤੀਗਤ ਅੰਧ ਵਿਸ਼ਵਾਸਾਂ ਤੋਂ ਜ਼ਰੂਰ ਮੁਕਤ ਹੋਣਾ ਚਾਹੀਦਾ ਕਿ ਇੰਨਾ ਵੀ ਆਪਣੇ ਆਪ ਤੇ ਡਰ ਨਾ ਪੈਦਾ ਕਰ ਲਈਏ। ਕਿਉਂਕਿ ਭਗਤ ਬਾਣੀ ਵਿੱਚ ਆਉਂਦਾ ਨਾ ਵੀ ਜੇ ਤੂੰ ਕਹਿੰਦਾ ਮੈਂ ਦੁੱਧ ਪੀਣਾ ਤੇ ਦੁੱਧ ਤੇ ਪਹਿਲਾਂ ਵੱਛਾ ਪੀ ਗਿਆ, ਜੇ ਤੂੰ ਕਹਿੰਦਾ ਮੈਂ ਫਲ ਜਿਹੜੇ ਸੁੱਚੇ ਖਾਣਾ ਤੇ ਫਲ ਤੇ ਪਹਿਲਾਂ ਤੋਤੇ ਨੇ ਟੁੱਕੇ ਹੋਏ ਆ। ਹਰ ਚੀਜ਼ ਵਿੱਚ ਜਰਾਸੀਮ ਹੈ, ਹਰ ਚੀਜ਼ ਕਿਸੇ ਨਾ ਕਿਸੇ ਚੀਜ਼ ਨੇ ਝੂਠੀ ਕੀਤੀ ਹੁੰਦੀ ਆ। ਮਤ ਸੋਚੀਏ ਵੀ ਜਿਹੜੀ ਖੰਡ ਆਉਂਦੀ ਆ, ਪੱਤੀ ਆਉਂਦੀ ਆ, ਵੀ ਇਹ ਸਾਰੀ ਪਵਿੱਤਰ ਆ, ਕਿਉਂਕਿ ਕਿੱਥੇ ਗੰਨਾ ਲੱਗਿਆ, ਗੰਨੇ ਨੂੰ ਜਿਹੜੀ ਆ ਗੋਹੇ ਦੀ ਰੂੜੀ ਪਾਈ ਗਈ, ਤੇ ਗੋਹਾ ਮੱਝਾਂ ਗਾਵਾਂ ਦਾ ਗੋਬਰ ਸੀਗਾ, ਗੋਬਰ ਨੇ ਉਹਨਾਂ ਚੋਂ ਵਿਕਾਸ ਕੀਤਾ, ਫਿਰ ਪਤਾ ਨਹੀਂ ਕਿਹਨੇ ਉਹਨੂੰ ਛਿੱਲਿਆ ਭੰਨਿਆ, ਫਿਰ ਉਹ ਸ਼ੂਗਰ ਮਿਲ 'ਚ ਗਿਆ, ਫਿਰ ਉਹ ਖੰਡ ਬਣੀ। ਖੰਡ ਸਿੱਧੇ ਰੂਪ ਵਿੱਚ ਜਾਣੋ ਤੇ ਏਡੀ ਪਵਿੱਤਰ ਵੀ ਨਹੀਂ ਹੈਗੀ, ਪਰ ਜੋ ਸਾਡੇ ਸਾਹਮਣੇ ਆਈ ਆ ਉਹ ਸਾਫ਼ ਰੂਪ ਦੇ ਵਿੱਚ ਆ। ਇਸ ਕਰਕੇ ਕੋਈ ਚੀਜ਼ ਜਿਹੜੀ ਹੈ, ਪਵਿੱਤਰਤਾ ਤੇ ਅਪਵਿੱਤਰਤਾ ਬਹੁਤ ਕੁਝ ਮਨ ਨਾਲ ਜੁੜਿਆ ਹੁੰਦਾ। ਜੇ ਆਪਾਂ ਇਹਨਾਂ ਦੀ ਬਣਤਰ ਲਈ ਜਾਈਏ ਤੇ ਸਾਰੀਆਂ ਵਸਤੂਆਂ ਬਾਹਰੋਂ ਬਣਦੀਆਂ ਨੇ, ਫਿਰ ਸਾਡੇ ਸਾਹਮਣੇ ਬਹੁਤੀਆਂ ਤਾਂ ਨਹੀਂ ਬਣਦੀਆਂ। ਅਸੀਂ ਤਾਂ ਘਰ ਵਿੱਚ ਸਾਫ਼ ਬਰਤਨਾਂ ਵਿੱਚ ਬਣਾ ਸਕਦੇ ਹਾਂ, ਪਰ ਘੱਟੋ ਘੱਟ ਸਾਡੇ ਮਨਾਂ ਵਿੱਚੋਂ ਜਿਹੜਾ ਸਿੱਖ ਸਮਾਜ ਹੈ ਇਹ ਇੰਨਾ ਕੁ ਵੀ ਜ਼ਰੂਰ ਮੁਕਤ ਹੋਵੇ ਕਿ ਇੰਨੀ ਖਾਣ ਪੀਣ ਤੋਂ ਵੀ ਇੰਨੀ ਨਾ ਮੰਨਿਆ ਜਾਵੇ। ਔਰ ਵਿਸ਼ੇਸ਼ ਕਰਕੇ ਕਿਉਂਕਿ ਆਪਾਂ ਸਾਰੇ ਗੁਰੂ ਦੇ ਪ੍ਰਚਾਰਕ ਹਾਂ, ਮੈਂ 5 ਮਿੰਟ ਵਿੱਚ ਆਪਣੀ ਗੱਲ ਸਮਾਪਤ ਕਰਦਾ। ਗੁਰਬਾਣੀ ਵਿੱਚ ਆਉਂਦਾ, ਇੱਕ ਅਸੀਂ ਵਿਵੇਕ ਦਾਨ ਮੰਗਦੇ ਹਾਂ, ਇੱਕ ਅਸੀਂ ਭਰੋਸਾ ਦਾਨ ਮੰਗਦੇ ਹਾਂ। ਇਹ ਦੋ ਗੱਲਾਂ ਸਾਡੇ ਲਈ ਇਸ ਲਈ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਜਿੰਨੀ ਅਰਦਾਸ ਆਈ ਆ ਸ਼ਬਦ ਵਿਵੇਕ ਦਾਨ ਮੰਗਿਆ, ਪਰ ਪਿਛਲੇ ਸਾਲਾਂ ਤੋਂ ਸਾਡੇ ਤਰਕ ਜ਼ਿਆਦਾ ਭਾਰੂ ਹੋ ਗਿਆ। ਤਰਕ ਦਾ ਮਤਲਬ ਹੁੰਦਾ ਸ਼ੰਕਾ ਕਰਨਾ, ਵਿਵੇਕ ਦਾ ਅਰਥ ਹੁੰਦਾ ਸੱਤ ਤੇ ਅਸੱਤ ਦਾ ਨਿਖੇੜਾ ਕਰਨਾ। ਅਸੀਂ ਸ਼ੰਕਾਵਾਦੀਆਂ ਦਾ ਪੰਥ ਨਹੀਂ ਆ, ਅਸੀਂ ਵਿਵੇਕੀਆਂ ਦਾ ਪੰਥ ਹੈ। ਜਦੋਂ ਤਰਕਵਾਦੀਆਂ ਦਾ ਪੰਥ ਬਣਨ ਦੀ ਕੋਸ਼ਿਸ਼ ਕਰੂਗਾ ਤਾਂ ਸਾਡੇ ਕੁਝ ਪਿਛਲੇ ਸਮੇਂ ਤੋਂ ਪ੍ਰਚਾਰਕਾਂ ਨੇ, ਲੇਖਕਾਂ ਨੇ ਬਹੁਤ ਸਾਰਾ ਭੈੜੇ ਪੱਧਰ ਦੀਆਂ ਕਲਮਾਂ ਵੀ ਚਲਾਈਆਂ ਨੇ, ਜਿਨ੍ਹਾਂ ਨੇ ਇੰਨਾ ਕੁ ਤਰਕ ਕਰ ਦਿੱਤਾ ਕਿ ਮੇਰੇ ਖਿਆਲ ਸਿੱਖ ਨੂੰ ਸਿੱਖ ਵੀ ਨਹੀਂ ਰਹਿਣ ਦੇਣਗੇ।
ਉਹਨਾਂ ਨੇ ਅੰਮ੍ਰਿਤ ਵੇਲੇ ਤੇ ਤਰਕ, ਅੰਮ੍ਰਿਤ ਦੀਆਂ ਬਾਣੀਆਂ ਤੇ ਵੀ ਤਰਕ, ਦਸਮ ਪਾਤਸ਼ਾਹ ਦੀ ਬਾਣੀ ਤੇ ਵੀ ਤਰਕ, ਸਰੋਵਰਾਂ ਤੇ ਵੀ ਤਰਕ, ਅਕਾਲ ਤਖਤ ਤੇ ਵੀ ਤਰਕ, ਕਮੇਟੀਆਂ ਤੇ, ਸੰਪਰਦਾਵਾਂ ਤੇ, ਟਕਸਾਲਾਂ ਤੇ। ਮੈਂ ਹਰ ਥਾਂ ਬੇਨਤੀ ਕਰਦਾ ਹੁੰਦਾ, ਅਸੀਂ ਸਾਰਾ ਗੁਰੂ ਦਾ ਪਰਿਵਾਰ ਹਾਂ। ਚਾਹੇ ਕੋਈ ਟਕਸਾਲ ਹੈ, ਮਿਸ਼ਨਰੀ ਕਾਲਜ ਹੈ, ਸਟੱਡੀ ਸਰਕਲ ਹੈ, ਸ਼੍ਰੋਮਣੀ ਕਮੇਟੀ ਹੈ, ਅਕਾਲ ਤਖਤ ਹੈ, ਚਾਹੇ ਗੁਰਮਤ ਕਾਲਜ ਹੈ, ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਸਾਡੇ ਵਿੱਚ ਇਹ ਨਹੀਂ ਵਿਤਕਰਾ ਹੋਣਾ ਚਾਹੀਦਾ ਕਿ ਇਹ ਟਕਸਾਲ ਵਾਲੇ ਨੇ, ਇਹ ਮਿਸ਼ਨਰੀ ਨੇ। ਇਹ ਸਾਨੂੰ ਸਾਰਿਆਂ ਨੂੰ ਫਰਾਖ ਦਿਲ ਹੋਣਾ ਪਊਗਾ ਸਮਾਜ ਨੂੰ। ਅਸੀਂ ਸਾਰੇ ਗੁਰੂ ਦਾ ਪਰਿਵਾਰ ਹਾਂ, ਅਸੀਂ ਸਾਰੇ ਨਿਰਮਲ ਪੰਥ ਦੇ ਵਾਰਸ ਹਾਂ। ਸਾਡੇ ਪਹਿਰਾਵੇ ਵਿੱਚ ਕੋਈ ਗੱਲ ਨਹੀਂ। ਸੰਪਰਦਾਵਾਂ ਟਕਸਾਲਾਂ ਦਾ ਇੱਕ ਪਹਿਰਾਵਾ ਹੁੰਦਾ ਕਿ ਸੰਪਰਦਾਵਾਂ ਵਿੱਚ ਸ਼ੀਸ਼ਾ ਨਹੀਂ ਰੱਖਿਆ ਜਾਂਦਾ। ਇਸ ਪੱਗ ਨੂੰ ਕਿਸੇ ਸਮੇਂ ਵਿੱਚ ਭਾਰਤ ਦੇ ਲੋਕ ਸ਼ਕੀਨੀ ਵਾਲੀ ਪੱਗ ਸਮਝਦੇ ਸਨ, ਅੱਜ ਸਾਡੀ ਆਮ ਰਵਾਇਤ ਹੈ। ਪਰ ਸੰਪਰਦਾਵਾਂ ਦੀ ਮਰਜ਼ਾਦਾ ਸੀ ਗੋਲ ਪੱਗ ਬੰਨਣੀ। ਇਹ ਜਿਹੜੇ ਵਿਤਕਰੇ ਨਾ ਸਹਿਜ ਭਾਵੀ, ਇਹ 84 ਤੋਂ ਬਾਅਦ ਖਾਸ ਕਰਕੇ ਸਾਨੂੰ ਸਿਧਾਂਤਕ ਤੌਰ ਤੇ ਲੜਾਉਣ ਵਾਸਤੇ 4-5 ਮੁੱਦਿਆਂ ਦੇ ਉੱਤੇ ਸਾਡੇ ਸਿੱਖੀ ਸਰੂਪ ਵਾਲੇ ਹੀ ਮੋਹਰੇ ਬਣਾ ਦਿੱਤੇ ਗਏ, ਔਰ ਸਾਡੀ 20 ਸਾਲਾਂ ਤੋਂ ਇਹ ਲੜਾਈ ਵੱਧਦੀ ਗਈ ਆ, ਘਟੀ ਨਹੀਂ ਆ। ਪਰ ਜਦੋਂ ਅਸੀਂ ਇੰਨੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ, ਇੱਕ ਪਾਸੇ ਵਿਸ਼ਵ ਦਾ ਭਲਾ ਮੰਗਦੇ ਹਾਂ, ਇੱਕ ਪਾਸੇ ਇੱਕ ਦੂਜੇ ਨਾਲ ਹੀ ਅਸੀਂ ਵਿਤਕਰਿਆਂ ਵਿੱਚ ਜਿਉਂਦੇ ਹਾਂ। ਮੈਂ ਫੇਰ ਬੇਨਤੀ ਕਰਦਾ, ਅਸੀਂ ਸਾਰੇ ਗੁਰੂ ਦਾ ਪਰਿਵਾਰ ਹਾਂ। ਕੋਈ ਕਿਸੇ ਵੀ ਸਰੂਪ ਵਿੱਚ ਰਹਿੰਦਾ, ਜਿਹਦਾ ਨਿਸ਼ਚਾ ਬਾਣੀ ਦੇ ਉੱਤੇ ਆ, ਗੁਰੂ ਗ੍ਰੰਥ ਦੇ ਉੱਤੇ ਆ, ਗੁਰੂ ਪੰਥ ਦੇ ਉੱਤੇ ਆ, ਉਹ ਸਾਰੇ ਗੁਰੂ ਦੇ ਪਿਆਰੇ ਸਿੱਖ ਨੇ। ਔਰ ਸਾਡੀਆਂ ਸਾਂਝਾਂ ਇੰਨੀਆਂ ਚੰਗੀਆਂ ਹੋਣੀਆਂ ਚਾਹੀਦੀਆਂ ਕਿ ਅਸੀਂ ਸਾਰੇ ਗੁਰੂ ਦੇ ਪ੍ਰਚਾਰਕ ਹਾਂ। ਭਰੋਸਾ ਇੱਕ ਹੁੰਦਾ ਵਿਸਾਹ ਦਾਨ, ਇੱਕ ਭਰੋਸਾ ਦਾਨ, ਅਸੀਂ ਦੋ ਮੰਗਦੇ ਹਾਂ। ਪੰਜਾਬੀ ਲੋਕ ਸਹਿਜ ਭਾਵੀ ਵਿਸਾਹ ਤੇ ਭਰੋਸੇ ਨੂੰ ਇੱਕ ਸਮਝਦੇ ਨੇ। ਵਿਸਾਹ ਦਾ ਅਰਥ ਹੁੰਦਾ ਵਕਤੀ ਕਿਸੇ ਗੱਲ ਚੰਗੀ ਲੱਗੀ, ਵਿਸਾਹ ਕਰ ਲਿਆ। ਵਿਸਾਹ ਦਾ ਘਾਤ ਵੀ ਹੋ ਜਾਂਦਾ, ਸ਼ਬਦ ਵਿਸਾਹ ਘਾਤ ਵੀ ਹੈ, ਪਰ ਭਰੋਸਾ ਘਾਤ ਕਿਤੇ ਸ਼ਬਦ ਨਹੀਂ ਹੈ। ਭਰੋਸਾ ਅੰਤਮ ਸੱਚ ਹੁੰਦਾ ਵੀ ਗੁਰੂ ਦੇ ਉੱਤੇ ਇੰਨਾ ਭਰੋਸਾ ਹੋਵੇ, ਸਤਿਗੁਰ ਮੇਰਾ ਮਾਰ ਜਵਾਲੇ, ਉਹ ਮਾਰ ਵੀ ਸਕਦਾ ਤੇ ਜਵਾ ਵੀ ਸਕਦਾ। ਇਹਨੂੰ ਅਸੀਂ ਕਹਿੰਦੇ ਭਰੋਸਾ। ਭਰੋਸੇ ਵਾਲਾ ਡੋਲਦਾ ਨਹੀਂ ਹੁੰਦਾ, ਭਰੋਸੇ ਵਾਲਾ ਸਿਦਕੀ ਹੁੰਦਾ, ਭਰੋਸੇ ਵਾਲਾ ਨਫ਼ਰਤ ਵੀ ਨਹੀਂ ਕਰਦਾ, ਭਰੋਸੇ ਵਾਲਾ ਸਰਬੱਤ ਦੇ ਭਲੇ ਵਾਲਾ ਹੁੰਦਾ। ਤੇ ਭਰੋਸੇ ਵਾਲਾ ਇੰਜ ਵੀ ਨਹੀਂ ਡੋਲਦਾ ਵੀ ਜੇ ਕਬਰ ਤੇ ਮੇਲਾ ਲੱਗਾ, ਮੜੀ ਤੇ ਮੇਲਾ ਲੱਗਾ ਤੇ ਸ਼ਨੀਵਾਰ ਛੋਲਿਆਂ ਦਾ ਪ੍ਰਸ਼ਾਦ ਲਿਜਾਣਾ। ਇਹ ਸਾਡੇ ਅੰਮ੍ਰਿਤਸਰ ਵਿੱਚ ਵੀ ਮੁਸ਼ਕਲ ਆ ਗਈ ਆ ਕਿ ਸ਼ਨੀਵਾਰ ਕੁਝ ਲੋਕ ਸਰੋਂ ਦਾ ਤੇਲ ਚੜਾਉਂਦੇ ਨੇ ਤੇ ਗੁਰਦੁਆਰਿਆਂ ਵਿੱਚ ਕਾਲੇ ਛੋਲੇ ਤੇ ਉਹ ਕੁਝ ਬਣਾ ਕੇ ਪ੍ਰਸ਼ਾਦ ਲਈ ਆਉਂਦੇ ਨੇ। ਜਦੋਂ ਆਪਾਂ ਮੈਂ ਕਹਿੰਦਾ ਤੁਸੀਂ ਕਾਲੇ ਛੋਲੇ ਸੋਮਵਾਰ ਤੋਂ ਐਤਵਾਰ ਤੱਕ ਵੰਡ ਲਓ, ਕੋਈ ਇਤਰਾਜ਼ ਨਹੀਂ ਆ, 7 ਦਿਨ ਵੰਡੋ। ਪਰ ਜਦੋਂ ਸ਼ਨੀਵਾਰ ਇੱਕ ਭਰਮ ਦੇ ਦੀ ਛੋਲੇ, ਖੁਰਾਕ ਤੇ ਬਹੁਤ ਵਧੀਆ, ਕਿਉਂਕਿ ਸਾਡੇ ਚੌਥੇ ਪਾਤਸ਼ਾਹ ਕਾਲੇ ਛੋਲੇ ਤਾਂ ਘੁੰਗਣੀਆਂ ਦੇ ਰੂਪ ਵਿੱਚ ਵੇਚਦੇ ਰਹੇ ਨੇ, ਚੰਗੀ ਖੁਰਾਕ ਹੈ। ਜਾਂ ਤਾਂ ਇਹਨੂੰ ਰੋਜ਼ਾਨਾ ਹੀ ਹਿੱਸਾ ਬਣਾ ਲਿਆ ਜਾਵੇ ਵੀ ਇਹ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਵੰਡੇ ਜਾਣਗੇ। ਪਰ ਜਦੋਂ ਸਪੈਸ਼ਲ ਸ਼ਨੀਵਾਰ ਆਉਂਦੇ ਨੇ ਉਦੋਂ ਭਰਮ ਦੇ ਅਧੀਨ ਆਉਂਦੇ ਨੇ। ਉਹ ਭਰਮ ਜਿਹੜਾ ਸਿੱਖ ਨੂੰ ਨਹੀਂ ਹੋਣਾ ਚਾਹੀਦਾ। ਜੇ ਸਿੱਖ ਉਹ ਭਰਮ ਵਾਲਾ ਨਹੀਂ ਹੋ ਸਕਦਾ ਤੇ ਜੇ ਭਰਮ ਵਾਲਾ ਫਿਰ ਉਹ ਸਿੱਖ ਨਹੀਂ ਹੋ ਸਕਦਾ। ਇੱਕ ਫੈਸਲਾ ਕਰਨਾ ਪਏਗਾ। ਇਹ ਜਿਹੜੀ ਗੁਰੂ ਪੰਥ ਦੀ ਜਾਂ ਸਿੱਖ ਸੱਭਿਆਚਾਰ ਦੀ ਮਰਜ਼ਾਦਾ ਹੈ, ਆਪਾਂ ਤੇ ਭਰਮ ਤੋੜਨੇ ਸੀ। ਮੈਂ ਤਾਂ ਕਹਿੰਦਾ ਹੁੰਦਾ ਵੀ ਹੋਲੀਆਂ ਦੇ ਦਿਨਾਂ ਵਿੱਚ ਆਪਾਂ ਨੂੰ ਸ਼ਗਨਾਂ ਦੇ ਦਿਨ ਕਰ ਲਏ ਚਾਹੀਦੇ, ਕਿਉਂਕਿ ਭਾਰਤ ਦੇ ਵਿੱਚ ਜਿਹੜੀਆਂ ਹੋਲੀਆਂ ਦੇ ਦਿਨ ਨੇ ਨਾ, ਇਹਨਾਂ ਦਿਨਾਂ ਵਿੱਚ ਸਾਰੇ ਹੀ ਜੋ ਪੈਲਸਾਂ ਵਾਲੇ ਹਲਵਾਈ ਕੀ ਸਾਰੇ ਵਿਹਲੇ ਬੈਠੇ ਹੁੰਦੇ ਆ। ਤੇ ਸਿੱਖਾਂ ਨੂੰ ਇਹ ਪਹਿਲ ਕਰ ਲੈਣੀ ਚਾਹੀਦੀ ਆ ਕਿ ਭਾਰਤੀ ਕਲਚਰ ਦੇ ਵਿੱਚ ਇਹਨੂੰ ਜੇ ਬੁਰਾ ਮੰਨਦੇ ਆ ਤੇ ਸਿੱਖਾਂ ਨੂੰ ਇਹ ਦਿਨ ਸਗੋਂ ਸ਼ਗਨਾਂ ਦੇ ਦਿਨ ਮਨਾ ਲੈਣੇ ਚਾਹੀਦੇ। ਸਸਤੇ ਵੀ ਪੈਣਗੇ ਤੇ ਹਰ ਚੀਜ਼ ਉਪਲਬਧ ਵੀ ਹੋਏਗੀ। ਮਤਲਬ ਸਿੱਖਾਂ ਨੂੰ ਪਹਿਲ ਕਰਨੀ ਪਏਗੀ। ਸਾਡੇ ਗੁਰੂ ਸਾਹਿਬਾਂ ਨੇ ਪਹਿਲ ਕੀਤੀ ਹੈ ਭਾਰਤੀ ਕਲਚਰ ਦੇ ਵਿੱਚ। ਜੇ ਟੋਕਣ ਦੀ ਹਿੰਮਤ ਕੀਤੀ ਆ ਤੇ ਸਤਿਗੁਰਾਂ ਨੇ ਹਿੰਮਤ ਕੀਤੀ ਹੈ। ਔਰ ਇਸੇ ਲਈ ਉਹਨਾਂ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਤਲੀ ਤੇ ਧਰਨ ਦਾ ਮਤਲਬ ਹੈ ਕਿ ਮੇਰੀ ਅਕਲ, ਮੇਰੀ ਮੱਤ ਹੁਣ ਇਹਦੇ ਵਿੱਚ ਕੋਈ ਨਹੀਂ। ਸਤਿਗੁਰੂ ਇਹ ਸਿਰ ਤੁਹਾਨੂੰ ਸੌਂਪਿਆ, ਤੁਹਾਡੀ ਮੱਤ ਜੋ ਇਹਦੇ ਵਿੱਚ ਹੋਏਗੀ ਮੈਂ ਇਹਦੇ ਅਨੁਸਾਰ ਚੱਲਾਂਗਾ। ਫਿਰ 10ਵੇਂ ਜਾਮੇ ਵਿੱਚ ਉਹਨਾਂ ਨੇ ਸ਼ਰੇਆਮ ਸਿਰ ਮੰਗੇ, ਸਿੱਖਾਂ ਨੇ ਸ਼ਰੇਆਮ ਸਿਰ ਦਿੱਤੇ। ਔਰ ਉਹ ਸਿਰ ਦੇਣ ਦਾ ਮਤਲਬ ਵੀ ਹੈ ਕਿ ਇਹ ਸਤਿਗੁਰੂ ਤੁਹਾਡੇ ਹੀ ਨੇ, ਇਹਦੇ ਵਿੱਚ ਜੋ ਹੈ ਮੱਤ ਹੈ, ਬੁੱਧ ਹੈ, ਅਕਲ ਹੈ, ਗਿਆਨ ਹੈ, ਵਿਗਿਆਨ ਹੈ, ਤੁਹਾਡਾ। ਤੇ ਜਦੋਂ ਸਾਰਾ ਕੁਝ ਸਾਡੇ ਸਿਰ 'ਚ ਗੁਰੂ ਦਾ ਹੋਏਗਾ ਤੇ ਮੇਰਾ ਖਿਆਲ ਜਿਹੜੀਆਂ ਆਹ ਸਮੱਸਿਆਵਾਂ ਨੇ, ਜਿੰਨੀਆਂ ਸਾਡੀਆਂ ਪੈਦਾ ਹੋ ਚੁੱਕੀਆਂ ਨੇ ਔਰ ਜਿੰਨੀਆਂ ਵੱਧ ਰਹੀਆਂ ਨੇ, ਇਹ ਸਹਿਜ ਭਾਵੀ ਇਸ ਸੰਸਾਰ ਤੋਂ ਜ਼ਰੂਰ ਖਤਮ ਹੋ ਜਾਣਗੀਆਂ। ਇੱਕ ਗੱਲ ਕਰਕੇ ਮੈਂ ਸਮਾਪਤੀ ਕਰਾਂਗਾ। ਸੋਹਣ ਸਿੰਘ ਸੀਤਲ ਨੇ ਲਿਖਿਆ ਕਿ ਜਦੋਂ ਭੰਗਾਣੀ ਦਾ ਯੁੱਧ ਹੋਇਆ ਤੇ ਇੱਕ ਸਿੱਖ ਯੁੱਧ ਕਰ ਰਿਹਾ ਪਰ ਉਹਨੇ ਮਿਆਨ ਚੋਂ ਤਲਵਾਰ ਕੱਢੀ ਨਾ, ਮਿਆਨ ਦੇ ਸਮੇਤ ਹੀ ਲੜੀ ਜਾਵੇ। ਪਿੱਛੋਂ ਕਿਸੇ ਮੇਰੇ ਵਰਗੇ ਨੇ ਆਵਾਜ਼ ਦਿੱਤੀ, ਉਹ ਭਲਿਆ ਮਾਨਸਾ ਉਹ ਮਿਆਨ ਚੋਂ ਤਲਵਾਰ ਤੇ ਕੱਢ ਲੈ। ਉਹ ਸਿੱਖ ਨੇ ਜਵਾਬ ਦਿੱਤਾ, ਕਹਿੰਦਾ ਨਾ ਮੈਂ ਲੜਨਾ ਨਾ ਤਲਵਾਰ ਨੇ ਲੜਨਾ,
ਲੜਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨੇ ਲੜਨਾ, ਤੇ ਜੇ ਉਹਨਾਂ ਦੀ ਬਖਸ਼ਿਸ਼ ਹੋਈ ਤੇ ਅਸੀਂ ਸਣਮਿਆਨੇ ਵੀ ਯੁੱਧ ਜਿੱਤ ਜਾਣਾ। ਇਹਨੂੰ ਮੈਂ ਕਹਿੰਦਾ ਹੁੰਦਾ ਭਰੋਸਾ। ਜੇ ਇੰਨਾ ਭਰੋਸਾ ਪੱਕਾ ਹੋਵੇ ਨਾ ਵੀ ਜੋ ਕਰੇਗਾ ਮੇਰੇ ਕਲਗੀਆਂ ਵਾਲੇ ਨੇ ਕਰ ਦੇਣਾ, ਤੇ ਮੇਰਾ ਖਿਆਲ ਕੋਈ ਸਮੱਸਿਆ ਵੀ ਨਹੀਂ ਆਉਂਦੀ। ਸਮੱਸਿਆ ਆਉਂਦੀ ਉਦੋਂ ਆ ਜਦੋਂ ਬੰਦਾ ਦੁਬਿਧਾ ਦੇ ਵਿੱਚ ਹੁੰਦਾ, ਦੋ ਵਿਚਾਰਾਂ ਦੇ ਵਿੱਚ ਹੁੰਦਾ, ਔਰ ਦੋ ਵਿਚਾਰ ਹਮੇਸ਼ਾ ਘਾਤਕ ਹੁੰਦੇ ਆ। ਇਸੇ ਲਈ ਸਤਿਗੁਰਾਂ ਨੇ ਕਿਹਾ ਪਰਮਾਤਮਾ ਇੱਕ ਹੈ। ਜਦੋਂ ਕਿ ਭਾਰਤੀ ਕਲਚਰ ਵਿੱਚ ਤਿੰਨ ਤਰ੍ਹਾਂ ਦੇ ਦੇਵਤੇ ਮੰਨੇ ਜਾਂਦੇ ਸੀ, ਪੈਦਾ ਕਰਨ ਵਾਲਾ ਹੋਰ ਹੈ, ਪਾਲਣ ਵਾਲਾ ਹੋਰ ਹੈ, ਤੇ ਮਾਰਨ ਵਾਲਾ ਹੋਰ ਹੈ। ਸਤਿਗੁਰਾਂ ਨੇ ਉਸੇ ਤਿੰਨਾਂ ਨੂੰ ਇੱਕ ਕੀਤਾ। ਉਹੀ ਪੈਦਾ ਕਰਦਾ, ਉਹੀ ਤੁਹਾਨੂੰ ਪਾਲਦਾ, ਉਹੀ ਸੰਘਾਰ ਕਰਦਾ। ਇੱਕ ਨੂੰ ਉਸੇ ਨੂੰ ਪੂਜੋ ਜਿਹਨੇ ਸਭ ਕੁਝ ਕਰਨਾ, ਜਿਹਨੇ ਸਭ ਕੁਝ ਦਿੱਤਾ। ਇਸ ਲਈ ਜਿਹੜਾ ਸਿੱਖ ਸੱਭਿਆਚਾਰ ਵਿੱਚ, ਸਿੱਖ ਫਲਸਫੇ ਵਿੱਚ, ਸਿੱਖ ਧਰਮ ਵਿੱਚ ਸਿੱਖ ਇੱਕ ਦਾ ਪੁਜਾਰੀ ਹੈ। ਇੱਕ ਜੋ ਕਰੇਗਾ ਉਹਦੇ ਭਾਣੇ 'ਚ ਰਹਿਣਾ ਸਿੱਖ ਨੂੰ ਉਪਦੇਸ਼ ਹੈ। ਮਾਨਸਿਕ ਸ਼ਕਤੀ ਵਾਸਤੇ ਬਾਣੀ ਪੜ੍ਹਨੀ ਜ਼ਰੂਰੀ ਹੈ, ਅੰਮ੍ਰਿਤ ਵੇਲਾ ਸਾਂਭਣਾ ਵੀ ਜ਼ਰੂਰੀ ਹੈ। ਸਿਆਣੇ ਕਹਿੰਦੇ ਬਾਣੀ ਕੰਠ ਸਦਾ ਬੈਕੁੰਠ। ਬਾਣੀ ਦਾ ਵੀ ਯਾਦ ਹੋਵੇ ਤੇ ਮਨੁੱਖ ਭਾਵੇਂ ਸਾਰੇ ਹਿੰਦੁਸਤਾਨ ਦੀਆਂ ਕਬਰਾਂ ਢਾਵੇ, ਕੁਛ ਨਹੀਂ ਹੁੰਦਾ। ਮੈਂ ਕਿ ਬੱਚਿਆਂ ਨੂੰ ਕਹਿੰਦਾ ਨਾ, ਤੁਸੀਂ ਮੂਲ ਮੰਤਰ ਦਾ ਪਾਠ ਕਰਕੇ ਨਾ ਭਾਵੇਂ ਜੋ ਰੋਡੇ ਸ਼ਾਹ ਦੀ ਤੇ ਜੋ ਕਾਲੇ ਮਹਿਰ ਦੀਆਂ ਕਬਰਾਂ ਢਾਓ, ਤੁਹਾਨੂੰ ਕੱਖ ਨਹੀਂ ਹੋਣਾ, ਪਰ ਤੁਹਾਡੇ ਕੋਲੇ ਮਾਨਸਿਕ ਸ਼ਕਤੀ ਜ਼ਰੂਰ ਹੋਵੇ। ਔਰ ਮੈਂ ਖਾਸ ਕਰਕੇ ਯੋਗੀ ਸਾਹਿਬ ਦੀ ਮੈਨੂੰ ਇੱਕ ਗੱਲ ਮੈਂ ਹਰ ਥਾਂ ਕਰਦਾ ਹੁੰਦਾ, ਉਹਨਾਂ ਨੇ ਆਪਣੇ ਪੈਰੋਕਾਰਾਂ ਦੇ ਮਨਾਂ ਵਿੱਚ ਇੱਕ ਭਾਵਨਾ ਪੈਦਾ ਕੀਤੀ ਹੈ ਕਿ ਤੁਸੀਂ ਚਾਹੇ ਡਰਾਈਵਿੰਗ ਕਰਨ ਲੱਗੇ ਹੋ, ਦੁਕਾਨ ਤੇ ਚੱਲੇ ਹੋ, ਬਿਜ਼ਨਸ ਤੇ ਚੱਲੇ ਹੋ, ਚਾਹੇ ਨੌਕਰੀ ਤੇ ਚੱਲੇ ਹੋ, ਐਗਜ਼ਾਮ ਦੇਣ ਚੱਲੇ ਹੋ, ਇੰਟਰਵਿਊ ਤੇ ਚੱਲੇ ਹੋ, ਤੁਸੀਂ 5 ਮੂਲ ਮੰਤਰ ਦੇ ਪਾਠ ਕਰਕੇ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਤੁਰ ਪਓ, ਤੁਹਾਡੀ ਹਰ ਮੈਦਾਨੇ ਫਤਿਹ ਹੋਏਗੀ। ਉਹਦੇ ਪੈਰੋਕਾਰਾਂ ਵਿੱਚ ਘੱਟੋ ਘੱਟ ਇਹ ਦ੍ਰਿੜ ਵਿਸ਼ਵਾਸ ਹੈ ਕਿ ਅਸੀਂ ਮੂਲ ਮੰਤਰ ਦੇ ਪਾਠ 5 ਕਰ ਲਏ ਤੇ ਫਤਿਹ ਬੁਲਾ ਲਈ, ਸਾਡੀ ਫਤਿਹ ਹੋਣੀ ਹੋਣੀ ਆ। ਇਹ ਦ੍ਰਿੜ ਵਿਸ਼ਵਾਸ ਵੀ ਜ਼ਰੂਰੀ ਹੈ, ਕਿਉਂਕਿ ਸਮਾਜ ਨੂੰ ਜਦੋਂ ਕਿਸੇ ਫੋਕਟ ਕਰਮਕਾਂਡ ਤੋਂ ਮੁਕਤ ਹੁੰਦਾ, ਕਿਸੇ ਅੰਧ ਵਿਸ਼ਵਾਸ ਤੋਂ ਮੁਕਤ ਹੁੰਦਾ, ਤੇ ਕੋਈ ਨਾ ਕੋਈ ਦੀਵਾ ਬਾਲਣਾ ਪੈਂਦਾ। ਜਿਉਂ ਅੰਧੇਰਾ ਦੀਪਕ ਬਾਲੀਐ, ਤਿਉਂ ਗੁਰ ਗਿਆਨ ਅਗਿਆਨ ਤਜਾਏ। ਹਨੇਰੇ ਦੀ ਕੋਈ ਹੋਂਦ ਨਹੀਂ ਹੁੰਦੀ, ਚਾਨਣ ਦੀ ਗੈਰ ਹਾਜ਼ਰੀ ਹੁੰਦੀ ਆ। ਅਗਿਆਨ ਦੀ ਕੋਈ ਹੋਂਦ ਨਹੀਂ ਹੁੰਦੀ, ਗਿਆਨ ਦੀ ਗੈਰ ਹਾਜ਼ਰੀ ਹੁੰਦੀ ਹੈ। ਇਸੇ ਲਈ ਆਪਾਂ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਹਾਂ। ਜਦੋਂ ਗਿਆਨ ਆਇਆ, ਅਗਿਆਨਤਾ ਦਾ ਹਨੇਰਾ ਆਪਣੇ ਆਪ ਦੂਰ ਹੋ ਜਾਣਾ। ਇਹ ਅਗਿਆਨਤਾ ਭਾਰਤੀ ਸੱਭਿਆਚਾਰ ਵਿੱਚ ਪਿਛੋਕੜ ਤੋਂ ਤੁਰੀ ਆਈ ਆ, ਲੋਕ ਮਨਾਂ 'ਚ ਤੁਰੀ ਆਈ ਆ, ਪੀੜ੍ਹੀ ਦਰ ਪੀੜ੍ਹੀ ਤੁਰੀ ਆਈ ਹੈ। ਪਰ ਸਤਿਗੁਰਾਂ ਨੇ 240 ਸਾਲਾਂ ਦੇ ਸਰੀਰਕ ਜਾਮੇ ਦੇ ਵਿੱਚ ਇਸ ਅਗਿਆਨਤਾ ਨੂੰ ਦੂਰ ਕਰਨ ਵਾਸਤੇ ਸਾਨੂੰ ਗੁਰਬਾਣੀ ਦਿੱਤੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤ ਸਵਈਏ ਨੇ, ਦਸਮ ਪਾਤਸ਼ਾਹ ਦੀ ਬਾਣੀ, ਔਰ ਵਾਰ-ਵਾਰ ਸਾਨੂੰ ਗਿਆਨ ਵਾਲੇ ਪਾਸੇ ਪ੍ਰੇਰਦੀ ਹੈ ਕਿ ਮੇਰਾ ਸਿੱਖ ਜਿਹੜਾ ਕਿਸੇ ਵੀ ਹੋਰ ਅੰਧ ਵਿਸ਼ਵਾਸ ਵਿੱਚ ਨਹੀਂ ਜੀਊਗਾ, ਕਿਉਂਕਿ ਕਾਲ ਦਾ ਪੁਜਾਰੀ ਆ। ਇੰਨਾ ਕੁਝ ਕਹਿੰਦਾ ਹੋਇਆ ਜੀ ਮੈਂ ਸਭਨਾਂ ਦਾ ਧੰਨਵਾਦੀ ਹਾਂ। ਔਰ ਅਸੀਂ ਉਮੀਦ ਰੱਖਦੇ ਹਾਂ ਆਪਾਂ ਸਾਰੇ ਗੁਰੂ ਦੇ ਪ੍ਰਚਾਰਕ ਹਾਂ, ਜਿੱਥੇ ਵੀ ਬੈਠੀਏ ਘੱਟੋ ਘੱਟ ਲੋਕ ਮਨਾਂ ਦੇ ਵਿੱਚੋਂ ਇਸ ਹਨੇਰੇ ਨੂੰ ਦੂਰ ਕਰ ਸਕੀਏ, ਤੇ ਸਤਿਗੁਰੂ ਕਿਰਪਾ ਕਰਨਗੇ, ਚੜ੍ਹਦੀ ਕਲਾ ਹੋਏਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ। ਇਹ ਵਿਸ਼ਾ ਡਾਕਟਰ ਸਾਹਿਬ ਦਾ ਇਸ 'ਤੇ ਬਹੁਤ ਸਟੱਡੀ ਹੈ, ਔਰ ਮੈਂ ਜਿਹੜੀਆਂ 3 ਕਿਤਾਬਾਂ ਤੁਹਾਨੂੰ ਲਿਖਾਈਆਂ ਵੀ ਸੀ ਬਰਮ ਸਿੰਘ, ਉਹ ਸਾਰਾ ਇਸ ਵਿਸ਼ੇ 'ਤੇ ਹੀ ਉਹ ਕਿਤਾਬ ਹੈ ਸਾਰੀ। ਬਾਈ ਬਰਮ ਤੋੜ ਸਿੰਘ। ਤੋ ਇੱਕ ਗੱਲ ਸਾਨੂੰ ਹੁਣ ਜਿਹੜੀ ਹਮੇਸ਼ਾ ਯਾਦ ਰੱਖਣੀ ਹੈ, ਔਰ ਜਿਹੜੀ ਅਸੀਂ ਇੱਥੇ ਸ਼ੁਰੂ ਤੋਂ ਇਸ ਕੋਰਸ ਦੇ ਵਿੱਚ ਸਾਡੀ ਇਹ ਮਨਸ਼ਾ ਵੀ ਹੈ, ਉਹ ਹੀ ਹੈ ਕਿ ਇੱਕ ਗੱਲ ਸਾਨੂੰ ਹਮੇਸ਼ਾ ਯਾਦ ਜਿਹੜੀ ਸਾਰੇ ਮਾਸਿਸ ਤੱਕ ਅਸੀਂ ਇਹ ਪਹੁੰਚਾਉਣੀ ਹੈ ਕਿ ਕੌਮਾਂ ਦਾ ਦੌਰਾ ਉਹਨਾਂ ਦੇ ਧਰਮ ਗ੍ਰੰਥ ਹੁੰਦੇ ਨੇ, ਔਰ ਜੋ ਕੌਮਾਂ ਕਰਮ ਕਾਂਡਾਂ ਔਰ ਰਸਮਾਂ ਰਿਵਾਜ਼ਾਂ ਨੂੰ ਆਪਣਾ ਧਰਮ ਸਮਝਦੀਆਂ ਨੇ, ਉਹ ਅਗਿਆਨਤਾ ਦੇ ਅੰਧੇਰੇ ਵਿੱਚ ਹਮੇਸ਼ਾ ਲਈ ਡੁੱਬ ਜਾਂਦੀਆਂ ਨੇ। ਇਹ ਵਾਰ-ਵਾਰ ਗੱਲ ਅਸੀਂ ਇੱਥੋਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਮਨਾਂ ਵਿੱਚ ਫੈਲੀ ਜਿਹੜੀ ਧੁੰਦ ਹੈ, ਇਹ ਹਨੇਰੇ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ। ਔਰ ਅੰਧ ਵਿਸ਼ਵਾਸੀ ਜਿਹੜਾ ਬੰਦਾ ਹੈ, ਉਹ ਹਮੇਸ਼ਾ ਕਮਜ਼ੋਰ ਮਨਾਂ ਦੀ ਪੈਦਾਇਸ਼ ਹੈ। ਤੋ ਇਹ ਜਿਹੜਾ ਅਸੀਂ ਅੱਜ ਦਾ ਟੌਪਿਕ ਰੱਖਿਆ, ਇਹ ਟੌਪਿਕ ਸਿਰਫ ਇਸ ਲਈ ਰੱਖਿਆ ਕਿ ਜਦੋਂ ਅਸੀਂ ਦੇਖਦੇ ਹਾਂ ਆਪਣੇ ਆਸ-ਪਾਸ, ਅਸੀਂ ਅੰਧ ਵਿਸ਼ਵਾਸ ਔਰ ਕਰਮ ਕਾਂਡਾਂ ਵਿੱਚ ਇਤਨੇ ਗ੍ਰਸਤ ਹੋ ਚੁੱਕੇ ਹਾਂ ਕਿ ਪੜ੍ਹਨ ਪੜ੍ਹਾਉਣ ਦੀ ਜਿਹੜੀ ਗੱਲ ਹੈ ਉਹ ਸਾਡੇ ਮਨਾਂ ਵਿੱਚੋਂ ਹੀ ਜਾਂ ਜ਼ਹਿਨਾਂ ਵਿੱਚੋਂ ਹੀ ਨਿਕਲੀ ਹੈ। ਤੋ ਇੱਕ ਉਹ ਭਾਈ ਗੁਰਦਾਸ ਦੀ ਬੜੀ ਖੂਬਸੂਰਤ ਲਾਈਨ ਹੈ ਕਿ ਉਹ ਪੁੱਛਤ ਹੈ ਪਥ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਏਂਗੇ।
तो पूछत है वैद खाद खात ओखद न संजम से कैसे मिटे रोग सुख सहज समाइए। भी ये रोग मिटेगा किवें जब तक असी जिहड़ी दवाई है ਉਹਨੂੰ ਸੰਜਮ ਨਾਲ ਜਾਂ ਮਰਿਆਦਾ ਨਾਲ ਨਹੀਂ ਖਾਵਾਂਗੇ। ਔਰ ਉਹ ਦਵਾਈ ਇਹ ਹੀ ਹੈ ਪੜ੍ਹਨ ਪੜ੍ਹਾਉਣ ਦੀ, ਇਲਮ ਦੀ, ਨੌਲੇਜ ਦੀ, ਵਿਰਚੂਜ਼ ਦੀ, ਵਿਚਾਰ ਦੀ। ਇਹ ਗੱਲ ਜਿਹੜੀ ਹੈ ਸਾਨੂੰ ਅਪਣਾਉਣੀ ਪਏਗੀ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਨੂੰ ਸਮਝੀਏ, ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰੀਏ।